ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਬੜੀ ਸੋਹਣੀ ਦਸਤਾਰ ਸਜਾ ਕੇ ਰੱਖਦੇ ਨੇ, ਪਰ ਤੁਸੀਂ ਤਾਂ ਇੱਦਾਂ ਮੜਾਸਾ ਜਿਹਾ ਬੰਨਿਆ ਹੋਇਆ, ਕੰਬਲੀ ਲਈ ਹੋਈ ਆ, ਤਾਂ ਇਹਨੂੰ ਸਾਧੂਆਂ ਵਾਲਾ ਹੀ ਬਾਣਾ ਕਿਹਾ ਜਾ। ਸਾਰਾ ਕੁਛ ਹੰਡਾਇਆ ਮੈਂ, ਮਤਲਬ ਇਹ ਨਹੀਂ ਵੀ ਹਾਂ ਵੀ ਹੁਣ ਸਾਧੂ ਬਣ ਗਿਆ ਵਾਂ, ਮਤਲਬ ਇੱਕ ਤੋਂ ਇੱਕ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਸਾਰਾ ਕੁਛ ਕੱਪੜਾ ਲੀੜਾ ਪਾਉਂਦੇ ਰਹੇ ਆ। ਪਰ ਹਾਂ ਗੱਲ ਇਸ ਤਰ੍ਹਾਂ, ਕੁਛ ਹੁੰਦੇ ਨੇ ਵਕਤ ਦੇ ਮਰੀਦ, ਕੁਛ ਹੁੰਦੇ ਨੇ ਤਰਾਸੇ ਜਾਂਦੇ, ਕੁਛ ਹੁੰਦੇ ਨੇ ਦੁਖੀ ਹੋ ਕੇ ਬਣੇ, ਕੁਛ ਹੁੰਦੇ ਨੇ ਤੁਰ ਦਰਗਾਈ। ਸੰਤ ਪ੍ਰਕਾਰ ਕੇ 4 ਪ੍ਰਕਾਰ ਦੇ ਹੁੰਦੇ ਨੇ ਹਨਾ, ਜਿੱਥੋਂ ਤੱਕ ਮਸ਼ਕੀਨ ਜੀ ਨੂੰ ਵੈਸੇ ਸੁਣਦੇ ਰਹੀਦਾ, ਇਹਨਾਂ ਤੇ ਪਤਾ ਨਹੀਂ। ਉਹ ਕਹਿੰਦੇ ਨੇ ਵੀ ਪਹਿਲਾ ਨੰਬਰ ਹੁੰਦਾ ਸਾਧੂ ਗ੍ਰਸਤੀ, ਜੇ ਹੁਣ ਮੈਟਰ ਬੋਲਣਾ ਨਹੀਂ ਚਾਹੀਦਾ ਪਰ ਸੱਚ ਰੁਕਦਾ ਨਹੀਂ, ਜਨਾਨੀ ਦਾ ਸਤਾਇਆ। ਦੂਜਾ ਨੰਬਰ ਵਕਤ ਦਾ ਸਤਾਇਆ। ਤੀਜਾ ਨੰਬਰ ਆਪਣੇ ਆਪ ਤੋਂ, ਜਿਵੇਂ ਖਿਜ ਜੀ ਮੰਨ ਲਓ ਤੁਸੀਂ ਆਏ ਹੋ, ਗੱਡੀਆਂ ਦੌਲਤ ਜਾਂ ਹੋਰ, ਉਹ ਬੰਦੇ ਨੂੰ ਚਿੜਪੜਾ ਜਿਹਾ ਸੁਭਾਅ ਜਿਹਾ ਰਹਿੰਦਾ, ਨਹੀਂ ਉਹ ਦੱਸਦਾ ਹਨਾ। ਚੌਥਾ ਨੰਬਰ ਮਸ਼ਕੀਨ ਜੀ ਕਹਿੰਦੇ ਨੇ ਵੀ ਜਿਵੇਂ ਲੋਗੋ ਲਾ ਕੇ ਛੱਡੇ ਹੁੰਦੇ ਨੇ ਧੁਰ ਦਰਗਾਈ, ਉਹਨਾਂ ਦਾ ਨਾ ਕੋਈ ਲੇਬਲ ਹੁੰਦਾ, ਨਾ ਕੋਈ ਉਹਨਾਂ ਦਾ ਪਤਾ ਹੁੰਦਾ, ਉਹ ਬਹਾਰ ਚੋਂ ਹੀ ਇੱਕ ਗੁਲਜ਼ਾਰ ਪੈਦਾ ਕਰ ਦਿੰਦਾ। ਬਲਵਿੰਦਰ ਸਿੰਘ ਜੋ ਕਿ ਪਹਿਲਾਂ ਬਹੁਤ ਸਾਰੇ ਵੱਡੇ ਵੱਡੇ ਮਹਿੰਗੇ ਹੋਟਲਾਂ 'ਚ ਰਹਿੰਦਾ, ਬੰਬੇ ਵਰਗੇ ਵੱਡੇ ਸ਼ਹਿਰ ਦੇ ਵਿੱਚ, ਤਾਂ ਅਚਾਨਕ ਪੰਜਾਬ ਦੀ ਧਰਤੀ ਤੇ ਇੱਥੇ ਆ ਕੇ ਇਸ ਬਾਣੇ ਵਿੱਚ ਕਿਵੇਂ? ਸਜਾਵਟ ਜ਼ਿਆਦਾ ਹਰ ਚੀਜ਼ 'ਚ, ਉਹ ਬੋਲਣਾ ਨਹੀਂ ਆਉਂਦਾ, ਇੱਕ ਵਿਖਾਵਾ ਜਿਹਾ ਤੇ ਇੱਕ ਪੱਗ ਤੇ ਮਾਵਾ ਜਿਹਾ ਰਹਿ ਗਿਆ। ਜਦੋਂ ਤੇ ਅਸੀਂ ਬੰਨ੍ਹਨੇ ਆ ਤੇ ਅਗਲਾ ਕਹਿੰਦਾ ਯਾਰ ਕਿਹੜੇ ਸ਼ਹਿਰ ਦੀ ਏ, ਤੇ ਜਦੋਂ ਉਹਨੂੰ ਧੋਨੇ ਆ ਅਗਲਾ ਕਹਿੰਦਾ ਤੇ ਕਲੀ ਵਾਲੇ ਨੂੰ ਭੈੜਾ ਕੱਪੜਾ, ਸਮਝਦੇ ਹੋ ਨਾ, ਜਿਹੜਾ ਕਲੀ ਵਾਲੇ ਨੂੰ ਪਾਉਂਦੇ ਆ। ਇਸ ਕਰਕੇ ਪੁਰਾਣੇ ਜਿਹੜਾ ਯੂਜ਼ ਕੀਤਾ, ਖੱਦਰ ਪਾਉਂਦੇ ਹੁੰਦੇ ਸਨ ਪੁਰਾਣੇ ਬੰਦੇ। ਚਿੱਟਾ ਕੱਪੜਾ ਕੀ ਕਹਿੰਦਾ? ਸ਼ਾਂਤੀ ਦਾ ਪੁੰਜ। ਇਹਦੇ ਵਿੱਚ ਰੰਗ ਵੀ ਕਈ ਆ ਗਏ ਨੇ। ਚਿੱਟਾ ਕਦੀ ਕਹਿੰਦਾ ਮੈਂ ਕਾਲਾ ਬਣ ਜਾ, ਨਹੀਂ ਦੱਸੇਗਾ। ਚਿੱਟੇ ਨੂੰ ਜਿਹੜਾ ਮਰਜ਼ੀ ਰੰਗ ਦੇ ਦਿਓ, ਪਰ ਜਦੋਂ ਕਾਲੇ ਨੂੰ ਤੁਸੀਂ ਜਾਂ ਕਿਸੇ ਹਰੇ ਨੂੰ ਜਾਂ ਕਿਸੇ ਲਾਲ ਨੂੰ ਜਾਂ ਕਿਸੇ 7 ਰੰਗ ਨੂੰ ਕਿਸੇ ਰੰਗ 'ਚ ਪਾਓਗੇ, ਗੜਬੜ ਹੋਵੇਗੀ। ਸਮਝਦੇ ਹੋ ਨਾ? ਇਸ ਤਰ੍ਹਾਂ ਹੀ ਹੈ, ਤੁਸੀਂ ਹੁਣ ਵਿਚਾਰ ਰਲ ਗਏ ਤੇ ਮਿੱਤਰ, ਨਾ ਰਲੇ ਤੇ ਛਿੱਤਰ। ਪਰ ਇੱਕ ਪਰਸਨਲ ਡਾਟਾ ਹੁੰਦਾ, ਉਹ ਦੱਸਣ ਲਾਇਕ ਨਹੀਂ ਹੁੰਦਾ। ਜੇ ਉਹਨੂੰ ਦੱਸਨੇ ਆ ਨਾ, ਫਿਰ ਉਹਦੇ 'ਚ ਤੇ ਇਹਦੇ 'ਚ ਭੇਦ ਨਹੀਂ ਰਹਿੰਦਾ। ਧਰਤੀ ਤੇ ਆਕਾਸ਼ ਏ, ਦੁਨੀਆ ਇੱਕ ਟਾਈਮ ਪਾਸ ਏ। ਪਾਣੀ ਦਾ ਗਲਾਸ ਏ, ਵੱਡਾ ਸਾਡਾ ਇਤਿਹਾਸ ਏ। ਦਿਲਾਂ ਦੀ ਖੂਬਸੂਰਤੀ ਨੂੰ ਕਾਇਮ ਕਰਨ ਵਾਸਤੇ ਇੱਕ ਅਭਿਆਸ। ਤੇ ਜੇ ਹੁਣ ਅੱਲਾ ਵੀ ਆਏ, ਉਹ ਵੀ ਕੁਛ ਨਹੀਂ। ਜੇ ਹੁਣ ਆਖਣਗੇ ਅੱਲਾ ਯਾਰ ਕਿਉਂ ਨਹੀਂ ਕੁਛ, ਉਹ ਤਾਂ ਸਭ ਕੁਛ ਹੈ। ਨਹੀਂ, ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦਾ ਇੱਕ ਮੈਟਰ ਏ, ਤੇ ਮੈਟਰ ਦੇ ਵਿੱਚ ਇੱਕ ਲਾਈਟਰ ਏ। ਇੱਕ ਲਾਈਟਰ ਏ ਲਿਖਣ ਵਾਲਾ, ਕਿਸੇ ਨੂੰ ਮੈਸੇਜ ਦੇਣਾ। ਇੱਕ ਲਾਈਟਰ ਏ ਚਵਾਤੀ, ਜਿਵੇਂ ਕੋਈ ਬੰਦਾ ਹੋਰ ਤੇ ਹੁੰਦਾ ਨਹੀਂ, ਉਹਨੇ ਹੋਰ ਤੇ ਨੰਗੇ ਜਾਣੇ, ਹੋਰ ਤੇ ਉਹਨੂੰ ਵਿਹਲਿਆਂ ਨੂੰ ਕੰਮ ਨਹੀਂ ਹੁੰਦਾ, ਉਹਨੇ ਚਵਾਤੀ ਲਾ ਦੇਣੀ। ਇੱਕ ਹੋਣਾ ਜਗਾ ਜਾਣਾ ਕਿਸੇ ਨੂੰ। ਕੌਮ ਦੇ ਸ਼ਹੀਦ ਭੌਰੇ ਵਾਂਗੂ ਹੁੰਦੇ ਨੇ, ਸਮਝਦੇ ਹੋ ਨਾ? ਇਸ ਤਰ੍ਹਾਂ ਵੀ ਜਿਹੜੇ ਇਸ ਰਾਹ ਤੇ ਤੁਰੇ ਨੇ ਜਾਂ ਤੋਰਦਾ, ਉਹਨਾਂ ਨੂੰ ਨਹੀਂ ਯਾਰ ਬਿਆਨ ਕੀਤਾ ਜਾਂਦਾ, ਕਿਉਂਕਿ ਅਸੀਂ ਮਾਲਕੀ। ਉਹ ਸਿੱਧੀ ਜੀ ਗੱਲ ਹੈ, ਅਸੀਂ ਆਪਣੀ ਜਿਹੜੀ ਦਾੜੀ ਹੈ ਨਾ, ਪਹਿਲਾਂ ਤੇ ਕਿਸੇ ਤੋਂ ਕਹਿੰਦਾ ਵੀ ਸਾਡੀ ਪੁੱਟ ਆ, ਹੁਣ ਅਗਲਾ ਕਹਿੰਦਾ ਲੈ ਮੇਰੇ 2 ਥੱਪੜ ਮਾਰ ਤੇ ਆਪ ਹੀ ਪੁੱਟ ਦੇ। ਸਾਡੀ ਸਥਿਤੀ ਇਹ ਹੋ ਗਈ ਏ ਕਿ ਅਸੀਂ ਆਪਣੇ ਆਪ ਨੂੰ ਨਾ ਸਮਝਿਆ ਨਹੀਂ, ਵਿਕਾਊ ਜਿਹੇ ਹੋ ਗਏ ਆ। ਹਰ ਕੋਈ ਬੰਦਾ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਜਾਂ ਹਰ ਚੀਜ਼ ਦੀ ਗੱਲ ਕਰਦਾ। ਸੀਨਾ ਕੌਣ ਚੌੜਾ ਕਰੇ ਯਾਰ, ਸਿੱਧਾ ਜੀ ਗੱਲ। ਮਰੇ ਕੌਣ? ਇਹ ਤੇ 4 ਪੁੱਤਰ ਉਹੀ ਵਾਰ ਗਿਆ ਸੀ, 7 ਜੀ ਉਹੀ ਕੁਰਬਾਨ ਕਰ ਗਿਆ ਸੀ, ਜਿਹੜਾ ਕਹਿ ਸਕਦਾ ਹੀ ਨਹੀਂ ਕਿਰਪਾ ਸਜੇ ਹਮ। ਇਹ ਦਿਸ਼ਾ ਨੂੰ ਮੋੜਨਾ ਜਾਂ ਕਲਮ ਨੂੰ ਮੋੜਨਾ ਜਾਂ ਇਹ ਸਮਾਜ ਨੂੰ ਮੋੜਨਾ ਹਾਰੀ ਸਾਰੀ ਦਾ ਵਸ ਨਹੀਂ। ਉਹ ਮੋੜੇ ਤੇ 1 ਸੈਕਿੰਡ ਵੀ ਬਹੁਤ ਵੱਡਾ। ਉਹ ਨਾ ਚਾਹਵੇ, ਗੁਰੂ ਕਿਰਪਾ ਕਰੇ, ਸਾਰੇ ਆਪਾਂ ਉਹਦੀ ਔਲਾਦ ਆ, ਉਹਦਾ ਬੀਜ ਆ, ਫਿਰ ਨਾ ਜਿੰਨੇ ਮਰਜ਼ੀ ਵਿਖਾਵੇ ਕਰੀ ਜਾ, ਉਹ ਨਹੀਂ ਸੁਣਦਾ। ਸਾਡਾ ਨਜ਼ਰੀਆ ਉਹਨਾਂ ਕੋ ਬਣ ਗਿਆ। ਆ ਬੂਟਾ ਹੈ, ਮੈਂ ਆਖਾਂ ਯਾਰ ਸੁੱਕ ਗਿਆ, ਪੱਟ ਦੋ ਇਹਨੂੰ, ਨਹੀਂ ਮੇਰੀ ਬੇਵਕੂਫੀ ਹੈ। ਮੈਂ ਆਸ ਤੇ ਲਾਵਾਂ ਇੱਥੇ, ਮੈਂ ਇਹਨੂੰ ਪਾਣੀ ਤੇ ਪਾਵਾਂ,
ਕਦੀ ਤੇ ਇਹਦੀ ਬਹਾਰ ਆਵੇਗੀ ਨਾ, ਕਦੀ ਤੇ ਜਾਗੇਗਾ ਨਾ। ਕਿਹਦੇ ਪਿੱਛੇ ਹੈ ਸਾਡੀ? ਕਦੋਂ ਮੁੱਕੇਗੀ ਇਹ ਦੌੜ, ਇਹ ਭੱਜ ਦੌੜ, ਇਹ ਟੀਚਾ ਕੀ ਹੈ ਸਾਡਾ? ਦੌੜ ਇੱਕ ਮਤਲਬ ਨਾ ਉਹ ਲੱਭਦੀ ਵੀ ਰੇਹੜੀ ਤੇ ਚੀਜ਼ ਪਈ ਏ, ਚੁੱਕ ਕੇ ਮੈਂ ਜੇਬ 'ਚ ਪਾ ਲਾਂ, ਬਸ ਦੌੜਾ ਆਵੇ। ਤੇ ਜੇ ਤੁਸੀਂ ਅਸਲ ਮੁੱਦੇ ਦੀ ਗੱਲ ਕਰਦੇ ਹੋ, ਹਰ ਬੰਦਾ ਹੀ 5-10 ਮਿੰਟਾਂ 'ਚ ਹੀਰੋ ਬਣਨਾ ਚਾਹੁੰਦਾ। ਹਕੀਕਤ ਇਹੀ ਹੈ, ਆਉਣਾ ਸਾਰਿਆਂ ਨੂੰ ਖੋਤੀ ਵਾਂਗੂ ਗੋੜ ਥੱਲੇ ਹੀ ਹੈ। ਭਾਵੇਂ ਰੋਵੋ ਭਾਵੇਂ ਹੱਸੋ, ਅਸਲੀ ਤੁਹਾਡੇ ਸਪੀਰਸ ਦਾ, ਅਸਲੀ ਤੁਹਾਡੇ ਜਜ਼ਬਾਤਾਂ ਦਾ ਤੇ ਅਸਲੀ ਤੁਹਾਡੇ ਮਾਈਟਰ ਦਾ ਉਦੋਂ ਹੀ ਪਤਾ ਲੱਗਣਾ ਜਦੋਂ ਤੁਸੀਂ ਕੁਝ ਇਸ ਜਹਾਨ ਨੂੰ ਕੁਝ ਦੇ ਕੇ ਅਲਵਿਦਾ ਕਹਿ ਗਏ। ਸਾਡੇ ਹੀ ਸਮਾਜ ਦੇ ਲੋਕ ਉਹ ਤੇ ਉਂਗਲਾਂ ਚੱਕਦੇ ਸੀ ਗਦਾਰ ਤੱਕ, ਔਰ ਜਦੋਂ ਅਲਵਿਦਾ ਕਹਿੰਦਾ ਹੈ ਤਾਂ ਉਹੀ ਦੀਪ ਸਿੱਧੂ ਲਈ ਅੱਜ 5 ਲੱਖ ਦਾ ਇਕੱਠ ਹੁੰਦਾ। ਕੀ ਬਿਆਨ ਕਰਾਂ, ਉਸ ਬੰਦੇ ਨੇ ਆਪਣਾ ਇਸ ਧਰਤੀ ਵਾਸਤੇ ਹੀ ਸਾਰਾ ਕੁਝ ਵਾਰਤਾ। ਤੇ ਮੈਂ ਤਾਂ ਇਹੀ ਗੱਲ ਕਹਾਂਗਾ, ਜਿੰਨਾ ਕਿਸੇ ਨੂੰ ਕੋਈ ਰਵਾਉਂਦਾ ਹੈ ਨਾ, ਸਤਾਉਂਦਾ, ਫਿਰ ਉਹ ਜਿਉਣ ਜੋਗਾ ਨਹੀਂ ਰਹਿੰਦਾ, ਫਿਰ ਉਹ ਤੇ ਅਮਰ ਹੋ ਜਾਂਦਾ। ਉਹ ਤੇ ਆਪਣੇ ਜਿਹੜੇ ਵਰਕੇ ਨੇ ਪੰਨਿਆਂ ਦੇ, ਜਿਹੜੇ ਉਹ ਲੇਖਰ ਨੇ, ਉਹ ਪੈੜਾਂ ਛੱਡ ਜਾਂਦਾ, ਬੀਜ ਖਿਲਾਰ ਕੇ, ਛੱਟਾ ਹੀ ਖਿਲਾਰ ਗਿਆ ਉਹ। ਜਿਹੜਾ ਗੁਰੂ ਅਕਾਲ ਪੁਰਖ ਹੈ ਨਾ, ਉਹਨੇ ਨਹੀਂ ਵੇਖਣਾ ਕਲੈਕਟਰਲੈਸ, ਉਹਨੇ ਨਹੀਂ ਵੇਖਣਾ ਵੀ ਤੇਰਾ ਜੀਵਨ ਕੀ ਹੈ, ਉਹਨੇ ਨਹੀਂ ਵੇਖਣਾ ਤੂੰ ਹੈ ਕੌਣ ਹੈ, ਉਹਨੇ ਇਹੀ ਵੇਖਣਾ ਵੀ ਤੂੰ ਮੇਰੇ ਦਰ ਤੇ ਡਿੱਗ ਗਿਆ। ਜੇ ਉਹਦੀ ਸ਼ਹਾਦਤ ਵੱਲ ਤੇ ਉਹਦੀ ਜਿੱਤ ਵੱਲ ਵੇਖੀਏ, ਮੈਂ ਤੇ ਉਹੀ ਸਮਝਾਂਗਾ ਵੀ ਜਿਵੇਂ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਘੱਲਿਆ ਸੀ ਨਾ, ਬਸ। ਹੁਣ ਕਿੰਨੇ ਨਾਂ ਦੇਵਾਂ ਉਹਨੂੰ ਯਾਰ, ਸ਼ਾਇਦ ਮੇਰੇ ਪੰਨੇ ਮੁੱਕ ਜਾਣਗੇ। ਇਹ ਸ਼ਹੀਦਾਂ ਵਾਸਤੇ, ਇਹ ਯੋਧਿਆਂ ਵਾਸਤੇ ਯਾਰ ਤੁਹਾਡੇ ਕੋਲ ਹੀ ਲਫ਼ਜ਼ ਨਹੀਂ ਤੇ ਮੇਰੇ ਕੋਲ ਲਫ਼ਜ਼ ਨਹੀਂ। ਤੇ ਜਰਨੈਲ ਸਿੰਘ ਦੀ ਹੁਣ ਕਈ ਵੇਖਿਆ ਨਾ ਵਿੱਚ ਤੁਲਨਾ ਕਰਦੇ ਨੇ ਉਹਦੇ ਨਾਲ, ਹਨਾ। ਫਿਰ ਉਹੀ ਬਚਨ ਕੀਤਾ ਨਾ, ਪਿਓ ਪਿਓ ਹੀ ਹੁੰਦਾ ਕਿ ਪੁੱਤਰ, ਹਾਂਜੀ ਪੋਤੀ ਹੁੰਦਾ ਨਾ। ਹਰ ਚੀਜ਼ ਦਾ ਇੱਕ ਲੈਵਲ ਆ, ਸਟੈਪ ਨੇ। ਤੁਸੀਂ ਇਹ ਥੱਲੇ ਵਾਲੇ ਸਟੈਪ ਨੂੰ ਉੱਤੇ ਕਿਵੇਂ ਚਾੜ ਲਓਗੇ? ਨਹੀਂ ਚਾੜ ਸਕਦੇ। ਫਿਰ ਤੋਂ ਤੁਹਾਡਾ ਉਹ ਮਤਲਬ ਇਹ ਹੋ ਗਿਆ ਵੀ ਪੰਜਾਬੀ 'ਚ ਕਹਿ ਲਓ ਵੀ ਬੇਕੂਫੀ ਦੇ ਕੋਈ ਸਿਰ ਮੂੰਹ ਤੇ ਨਹੀਂ ਹੁੰਦੇ, ਉਹ ਟੱਕਰਾਂ ਹੀ ਲੈਂਦੇ ਨੇ। ਮੂਰਖ ਮਹਾਰਾਜ ਦੀ ਗੁਰਬਾਣੀ ਵੀ ਕਹਿੰਦੀ ਏ, ਮੂਰਖ ਨਾ ਕਿਆ ਲੂਝੀਏ, ਹਨਾ। ਉਹ ਸ਼ਬਦਾਵਲੀ ਨਿਕਲਦੀ ਏ, ਅੰਨੀ ਪੀਵੇ ਤੇ ਕੁੱਤਾ ਚੱਟੇ। ਸਾਡੀ ਜ਼ਿੰਦਗੀ ਦਾ ਸੁਭਾਅ, ਸਾਡੀ ਜ਼ਿੰਦਗੀ ਦਾ ਵਿਰਸਾ ਇਹੋ ਜਿਹਾ ਬਣ ਗਿਆ ਕਿ ਅਸੀਂ ਨਾ ਬਸ ਯਾਰ ਸਭ ਕੁਝ ਹੁੰਦਿਆਂ ਹਾਂਦਿਆਂ ਵੀ ਆਪ ਖਤਮ ਜੇ ਹੋ ਗਏ ਆ। ਲਾਡਿਆ, ਤੂੰ ਸੋਚ ਨੂੰ ਤੇ ਅਵਤਾਰ ਨੂੰ ਤੇ ਉਹਦੇ ਗਿਆਨ ਨੂੰ ਰੱਖ, ਉਹ ਤੇ ਮੱਕਾ ਵੀ ਕਮਾਉਂਦਾ ਹੈ, ਨਹੀਂ? ਇਸ ਕਰਕੇ ਗੁੜੀਆ, ਜੇ ਤੇ ਗੁਰੂ ਵੱਲ ਵੇਖੀਏ ਫਿਰ ਤੇ ਸਾਰੇ ਜਿਉਂਦੇ ਆ, ਮਰੇ ਨਹੀਂ। ਤੇ ਜੇ ਆਪਣੇ ਆਪ ਤੇ ਸੰਸਾਰ ਦੀ ਪਬਲਿਕਸਿਟੀ ਵੇਖਦੇ ਆ, ਫਿਰ ਅੱਜ ਵੀ ਗਏ ਤੇ ਕੱਲ ਵੀ ਗਏ, ਤੇ ਇੱਥੇ ਕੌਣ ਰਵੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਲਾਈਨਾਂ ਯਾਦ ਆ ਰਹੀਆਂ ਨੇ, ਕਿੰਨੀਆਂ ਹੀ ਹੋਈਆਂ ਨੇ ਸੰਸਾਰ ਤੇ ਜੰਗਾਂ, ਪਰ ਸਾਥੋਂ ਸਾਂਭ ਨਹੀਂ ਹੁੰਦੀਆਂ ਆਪਣੇ ਘਰ ਬਾਹਰ 'ਚ ਜੰਗਾਂ। ਸ਼ੁਕਰਾਨਾ ਕਰੀਏ ਉਹਦਾ ਕਿ ਜਿਉਣਾ ਦੁਸ਼ਵਾਰ ਨਹੀਂ ਬਣਿਆ, ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਸੋ ਅੱਜ ਅਸੀਂ ਇੱਕ ਕੁਦਰਤ ਦੇ ਬਣਾਏ ਹੋਏ ਉਸ ਫਕੀਰ ਨੂੰ, ਉਸ ਰੱਬ ਦੇ ਬੰਦੇ ਨੂੰ ਮਿਲਣ ਪਹੁੰਚੇ ਹਾਂ, ਜਿਨ੍ਹਾਂ ਨੂੰ ਜਦੋਂ ਅਸੀਂ ਮਿਲਦੇ ਹਾਂ ਤਾਂ ਬੜਾ ਦਿਲ ਨੂੰ ਸਕੂਨ ਆਉਂਦਾ ਹੈ, ਆਨੰਦ ਆਉਂਦਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ। ਤਾਂ ਸੋਚਿਆ ਕਿ ਅੱਜ ਪ੍ਰੋ ਪੰਜਾਬ ਟੀਵੀ ਤੇ ਜਿੰਨੇ ਸਾਡੇ ਦਰਸ਼ਕ ਜੁੜੇ ਹੋਏ ਨੇ, ਤਾਂ ਅੱਜ ਉਸ ਰੱਬ ਦੇ ਬੰਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ, ਜਿਨ੍ਹਾਂ ਨੂੰ ਗੁਰੂ ਦਾ ਸਿੰਘ, ਲਾਡਾ ਸਿੰਘ ਕਿਹਾ ਜਾਂਦਾ ਹੈ। ਤਾਂ ਅਸੀਂ ਅੱਜ ਉਹਨਾਂ ਦੇ ਪਹੁੰਚੇ ਹੋਏ ਹਾਂ ਗੁਰੂ ਘਰ। ਬਹੁਤ ਖੂਬਸੂਰਤ ਬਣਿਆ, ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਚੁੱਕੀਆਂ ਗੁਰੂ ਘਰ ਦੀਆਂ, ਔਰ ਹੁਣ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਲਾਡਾ ਸਿੰਘ ਦੇ ਨਾਲ। ਸਵਾਗਤ ਕਰਦੇ ਹਾਂ ਜੀ, ਪ੍ਰੋ ਪੰਜਾਬ ਟੀਵੀ 'ਚ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਡਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਚਨ ਬਹੁਤ ਡੂੰਘਾ ਕੀਤਾ, ਪਰ ਨਹੀਂ, ਨਾ ਤੇ ਗੁੜੀਆ ਮੈਂ ਫਕੀਰ ਹਾਂ, ਨਾ ਮੈਂ ਕੋਈ ਰੱਬ ਦਾ ਬੰਦਾ ਵਾਂ।
ਗੁਰੂ ਨਾਨਕ ਨੇ ਸਾਨੂੰ ਬਣਾਇਆ ਇਨਸਾਨ ਅੰਨੇ ਸਾਣ ਉਹਨੇ ਆਪਣੇ ਤੇ ਕੀਤਾ ਤੇ ਸਾਨੂੰ ਜਗਾਇਆ ਹਨਾ ਇਨਸਾਨ। ਤੇ ਸਪੈਕਟ ਹੁੰਦੀ ਹੈ, ਚਲੋ ਜਿਵੇਂ ਮੰਨ ਲਓ ਤੁਹਾਡਾ ਚੈਨਲ ਹੈ, ਇੱਕ ਲੋਗੋ ਹੈ, ਲੋਗੋ ਹੀ ਕੰਮ ਕਰਨ ਦੇ ਨਾ। ਇਸ ਤਰ੍ਹਾਂ ਵੀ ਇਸ ਲੋਗੋ ਦੇ ਨਾਲ ਕਈ ਪਲੇਟਫਾਰਮ ਵਿਕ ਵੀ ਜਾਂਦੇ ਨੇ ਤੇ ਕਈ ਸਦਾ ਬਹਾਰ ਦਿਖ ਵੀ ਜਾਂਦੇ ਨੇ। ਪਰਜਾ ਰਾਜੇ ਬਿਨਾ ਤੇ ਗ੍ਰਸਤੀ ਪਰਿਵਾਰ ਬਿਨਾ ਤੇ ਗੁਰੂ ਘਰ ਸੰਗਤ ਬਿਨਾ ਨਹੀਂ ਚੱਲਦੇ। ਮਿਕਸ ਜੂਸ ਪੀਣਾ ਪੈਂਦਾ ਜੇ ਸੰਸਾਰ 'ਚ ਆਏ ਆ। ਬਾਕੀ ਰੁਤਬਾ ਤੇ ਉਸ ਮਾਲਕ ਦਾ ਹੀ ਆਪਾਂ ਉੱਚਾ ਰੱਖੀਏ। ਵੈਸੇ ਪੜ੍ਹਿਆ ਲਿਖਿਆ ਨਹੀਂ, ਨੌਲੇਜ ਨਹੀਂ ਇੰਨੀ। ਉਹ ਕਹਿੰਦੇ ਨੇ ਨਾ, ਇਨਹੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਸੇ ਕਰੋੜ ਗਰੀਬ ਪੜੇ। ਹੁਣ ਜਦੋਂ ਵੇਖੋ ਸਭ ਦਾ ਪਿਓ ਤਾਕਤਵਰ ਹੋ ਕੇ ਤੇ ਆਪਣੇ ਆਪ ਨੂੰ ਕਿੱਡਾ ਨਿਮਾਣਾ ਜਿਹਾ ਹੋ ਕੇ ਗੱਲ ਕਰਨ ਦੇ ਆ। ਬਾਕੀ ਚਲੋ ਸਪੈਕਟ ਅਰਜ ਸਾਰਿਆਂ ਦੀ ਦੁਆ ਨੇ ਹਨਾ, ਵੱਡਾ ਛੋਟਾ, ਮਾਂ ਆਪਣੀ ਥਾਂ ਹੈ, ਪਿਓ ਆਪਣੀ ਥਾਂ ਹੈ, ਪੁੱਤਰ ਆਪਣੀ ਥਾਂ ਹੈ, ਧੀ ਆਪਣੀ ਥਾਂ ਹੈ, ਪਰ ਜਿਹੜਾ ਉਹਦਾ ਅਕਾਲ ਪੁਰਖ ਦਾ ਬੀ ਪਾਇਆ ਉਹ ਆਪਣੀ ਥਾਂ ਹੈ। ਇਸ ਤਰ੍ਹਾਂ ਕੁਦਰਤ ਬਨਸਪਤੀ ਚੱਲਦੇ ਰਹੇ। ਤੇ ਬਾਕੀ ਸਾਡਾ ਸਾਰਿਆਂ ਦਾ ਧੰਨਵਾਦ, ਮੋਸਟ ਵੈਲਕਮ, ਤੁਸੀਂ ਚੱਲ ਕੇ ਆਏ। ਤੇ ਬਾਕੀ ਅਸੀਂ ਨਾ ਜਦੋਂ ਵੀ ਫਕੀਰਾਂ ਨੂੰ, ਸਾਧੂਆਂ ਨੂੰ ਮਿਲਦੇ ਆ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਬੜੀ ਸੋਹਣੀ ਦਸਤਾਰ ਸਜਾ ਕੇ ਰੱਖਦੇ ਨੇ, ਪਰ ਤੁਸੀਂ ਤਾਂ ਇੱਦਾਂ ਮੜਾਸਾ ਜਿਹਾ ਬੰਨਿਆ ਹੋਇਆ, ਕੰਬਲੀ ਲਈ ਹੋਈ ਆ, ਤਾਂ ਇਹਨੂੰ ਸਾਧੂਆਂ ਵਾਲਾ ਹੀ ਬਾਣਾ ਕਿਹਾ ਜਾ ਸਕਦਾ, ਜਿਨ੍ਹਾਂ ਤੇ ਬੜੀ ਕਿਰਪਾ ਹੁੰਦੀ, ਜਿਨ੍ਹਾਂ ਨੂੰ ਦੀਨ ਦੁਨੀਆ ਦੇ ਨਾਲ ਵਿਖਾਵਿਆਂ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਮੈਂ ਵਿਖਾਵਾ ਨਹੀਂ ਕਰਨਾ। ਤੁਸੀਂ ਆਪਣੀ ਜ਼ਿੰਦਗੀ 'ਚ ਆਪ ਖੁਸ਼ ਹੋ? ਨਹੀਂ, ਇਹ ਵੀ ਭੁਲੇਖਾ। ਕਈ ਵਾਰੀ ਵੇਖਿਆ ਨਾ, ਜ਼ਿਮੀਂਦਾਰ ਕਿਸਾਨ ਆ, ਪਹਿਲਾਂ ਢੱਗਿਆਂ ਨਾਲ ਖੇਤੀ ਹੁੰਦੀ ਸੀ ਨਾ, ਤੇ ਉਹ ਵਿਚਾਰੇ ਇਸ ਤਰ੍ਹਾਂ ਹੀ ਬੰਨ ਛੱਡਦੇ ਸਨ। ਸਾਡਾ ਇਹ ਪਹਿਰਾਵਾ ਹੁਣ ਤੇ ਅੱਜ ਕੱਲ੍ਹ ਮਾਡਲ ਨੇ ਨਾ, ਮੰਨ ਲਓ ਤੁਸੀਂ ਬਿਊਟੀਫੁਲ ਇੰਟ ਵੈਸਟਰਨ ਕੁਆਲਿਟੀ ਹੈ ਨਾ, ਤੇ ਉਹ ਚੀਜ਼ ਦੀ ਚਮਕ ਕੇ। ਇੱਕ ਨਾ ਬੜਾ ਸੋਹਣਾ ਸਵਾਲ ਹੈ, ਉਹ ਕਹਿੰਦੇ ਵੀ ਇੱਧਰ ਨਾ ਇੱਕ ਵਾਰੀ ਯਾਤਰਾ ਕਰਨ ਗਏ ਮਸ਼ਕੀਨ ਜੀ ਦੇ ਬਚਨ ਨੇ। ਉਹ ਕਹਿੰਦੇ ਵੀ ਉਹ ਕਿਰਨਾਂ ਪੈਂਦੀਆਂ ਸਨ ਪਹਾੜ ਤੇ ਕੋਈ ਸਾਇੰਟਿਸਟ ਸਨ ਉੱਥੋਂ ਆਏ, ਤੇ ਮਸ਼ਕੀਨ ਜੀ ਕਹਿੰਦੇ ਵੀ ਸਾਡਾ ਉਹਨਾਂ ਨਾਲ ਜਿੱਥੇ ਉੱਥੇ ਉਹਨਾਂ ਨੇ ਸਟੇ ਲੈਣੀ ਸੀ, ਅਸੀਂ ਵੀ ਉੱਥੇ ਰਹਿਣਾ ਸੀ। ਤੇ ਕੁਛ ਗੱਲਾਂ ਹੋ ਗਈਆਂ। ਕਈ ਵਾਰੀ ਨਾ ਧੁੱਪ ਚੜ੍ਹਦੀ ਹੈ ਬੜੀ ਸੋਹਣੀ, ਸੁਬਾਹ ਦਾ ਨਾਂ ਦਾ ਹੈ ਨਾ, ਅੰਮ੍ਰਿਤ ਵੇਲੇ ਦਾ, ਪ੍ਰਭਾਤੇ ਦਾ, ਤੇ ਉਹ ਕਿਰਨਾਂ ਜਦੋਂ ਤਿੱਖੀਆਂ ਹੁੰਦੀਆਂ ਨੇ ਨਾ, ਉਹ ਬਰਫ਼ ਪਿੰਗਲੀ ਤੇ ਪੈਂਦੀਆਂ ਨੇ ਨਾ। ਤੇ ਮੇਰੇ ਵਰਗਾ ਕਈ ਵਾਰੀ ਅਣਜਾਣ ਹੁੰਦਾ ਤੇ ਉਹ ਫਸ ਜਾਂਦਾ ਲਾਲਚ 'ਚ, ਜਾਂ ਉਹਦੀ ਹਾਲਤ 'ਚ, ਜਾਂ ਉਹਦੀ ਖੂਬਸੂਰਤੀ 'ਤੇ ਹੈ ਨਾ। ਤੇ ਉਹ ਕਹਿੰਦਾ ਵੀ ਯਾਰ ਲੱਗਦਾ ਹੀਰੇ ਚਮਕਦੇ ਨੇ। ਉਹ ਨਹੀਂ ਵੇਖਦਾ, ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ ਨਾ। ਉਹ ਫੈਸਲਾ ਲੈ ਕੇ ਬਿਨ ਮੰਜ਼ਿਲ ਬਿਨ ਤਾਹਾਂ ਉਹ ਚੀਜ਼ ਨੂੰ ਪਾਰ ਕਰਕੇ ਉੱਥੇ ਜਾਂਦਾ। ਜਦੋਂ ਉੱਥੇ ਜਾਂਦਾ ਨਾ ਤੇ ਸ਼ਾਮ ਪੈਂਦੀ ਹੈ ਨਾ, ਤੇ ਉਹ ਮੱਥੇ 'ਤੇ ਹੱਥ ਮਾਰਦਾ, ਕਹਿੰਦਾ ਯਾਰ ਇਹੀ ਬਰਫ਼ ਤੇ ਮੇਰੀ ਫਰਿੱਜ 'ਚ ਜੰਮਦੀ ਸੀ, ਤੇ ਇਹੀ ਬਰਫ਼ ਇੱਕ ਸਮੁੰਦਰ ਦੇ ਪਾਣੀ ਤੇ ਨਹਿਰਾਂ 'ਚ ਵੀ ਜੰਮਦੀ ਏ। ਇਹ ਪਹਾੜ ਹੀ ਬਰਫ਼ ਦੇ ਨੇ। ਇਸ ਕਰਕੇ ਕਈ ਵਾਰੀ ਨਾ ਅਸੀਂ ਸਾਰੇ ਹੀ, ਤੁਸੀਂ ਆ ਭਰਾਵੇ ਤੇ ਗੱਲ ਕੀਤੀ, ਅੱਜ ਹੀ ਕੋਈ ਬੰਦੇ ਨੂੰ ਵਧੀਆ ਮਾਡਲਿੰਗ ਕੋਈ ਚੀਜ਼ ਮਿਲ ਜੇ, ਪੈਸਾ ਬੜੀ ਚੀਜ਼ ਹੈ ਨਾ, ਤੇ ਪੈਸਾ ਹੈ ਵੀ ਕੁਛ ਨਹੀਂ, ਤੇ ਉਹ ਬੰਦਾ ਮੋਡੀਫਾਈ ਹੋਏਗਾ। ਗੱਲ ਆ ਜਾਂਦੀ ਜ਼ੁਬਾਨ ਤੇ, ਜਦੋਂ ਕਿਰਦਾਰਾਂ ਤੇ, ਜਦੋਂ ਬੋਲਦਾ ਅਗਲਾ ਕਹਿੰਦਾ ਛੱਡੋ ਯਾਰ, ਇਹਦੇ ਨਾਲੋਂ ਤੇ ਨਾ ਕੋਈ ਬੰਦਾ ਮੂਰਖ ਜਾਂ ਕੋਈ ਕਮਲਾ ਉਹਦੇ ਕੋਲ ਟਾਈਮ ਪਾਸ ਕਰ ਲਓ। ਜਿਹੜਾ ਇਹ ਵਿਰਸਾ ਹੈ ਨਾ ਸਾਡਾ, ਜਿਹੜਾ ਭਰਾਵਾ ਹੈ, ਇਹਦੇ ਵਿੱਚ ਕਈ ਤੱਤ ਨੇ ਮਾਤਾ ਆਪਣਾ ਗੁੜੀਆ ਬਈ ਇਹਦੇ ਵਿੱਚ ਵੇਖੋ, ਹੁਣ ਧੀ ਕਿਸੇ ਦੀ ਨੂੰਹ ਸੀ ਤੇ ਨੂੰਹ ਕਿਸੇ ਦੀ ਮਾਂ ਸੀ ਹੈ ਨਾ, ਸਿਲਸਿਲਾ ਤੁਰ ਪਿਆ ਨਾ। ਉਹ ਸਪੈਕਟ ਬਦਲ ਗਏ। ਜਿਵੇਂ ਮੰਨ ਲਓ ਪਹਿਲੀ ਕੱਚੀ ਆਂਗਣਵਾੜੀ, ਫਿਰ ਉਹ BK ਡਿਗਰੀਆਂ, ਸਿਰਫ ਇੱਕ ਲੇਬਲ ਹੀ ਬਦਲਿਆ। ਇਸ ਤਰ੍ਹਾਂ ਇਹ ਚੀਜ਼ ਦਾ ਜੀਵਨ ਹੈ। ਮੈਨੂੰ ਇਹ ਚੰਗਾ ਲੱਗਦਾ ਤੇ ਮੈਂ ਇਸ ਚੀਜ਼ 'ਤੇ ਗਾਈਡ ਹਾਂ। ਸਾਰਾ ਕੁਛ ਹੰਡਾਇਆ ਮੈਂ, ਮਤਲਬ ਇਹ ਨਹੀਂ ਵੀ ਹਾਂ ਵੀ ਹੁਣ ਸਾਧੂ ਬਣ ਗਿਆ ਵਾਂ, ਮਤਲਬ ਇੱਕ ਤੋਂ ਇੱਕ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਸਾਰਾ ਕੁਛ ਕੱਪੜਾ ਲੀੜਾ ਪਾਉਂਦੇ ਰਹੇ ਆ। ਪਰ ਹਾਂ ਗੱਲ ਇਸ ਤਰ੍ਹਾਂ, ਕੁਛ ਹੁੰਦੇ ਨੇ ਵਕਤ ਦੇ ਮਰੀਦ, ਕੁਛ ਹੁੰਦੇ ਨੇ ਤਰਾਸੇ ਜਾਂਦੇ, ਕੁਛ ਹੁੰਦੇ ਨੇ ਦੁਖੀ ਹੋ ਕੇ ਬਣੇ, ਕੁਛ ਹੁੰਦੇ ਨੇ ਧੁਰ ਦਰਗਾਈ। ਸੰਤ ਪ੍ਰਕਾਰ ਕੇ 4 ਪ੍ਰਕਾਰ ਦੇ ਹੁੰਦੇ ਨੇ ਹੈ ਨਾ। ਜਿੱਥੋਂ ਤੱਕ ਮਸ਼ਕੀਨ ਜੀ ਨੂੰ ਵੈਸੇ ਸੁਣਦੇ ਰਹੀਦਾ, ਇਹਨਾਂ ਤੇ ਪਤਾ ਨਹੀਂ। ਉਹ ਕਹਿੰਦੇ ਨੇ ਵੀ ਪਹਿਲਾ ਨੰਬਰ ਹੁੰਦਾ ਸਾਧੂ ਗ੍ਰਸਤੀ, ਜੇ ਹੁਣ ਮੈਟਰ ਬੋਲਣਾ ਨਹੀਂ ਚਾਹੀਦਾ ਪਰ ਸੱਚ ਰੁਕਦਾ ਨਹੀਂ, ਜਨਾਨੀ ਦਾ ਸਤਾਇਆ। ਦੂਜਾ ਨੰਬਰ ਵਕਤ ਦਾ ਸਤਾਇਆ। ਤੀਜਾ ਨੰਬਰ
ਆਪਣੇ ਆਪ ਤੋਂ, ਜਿਵੇਂ ਖਿਜ ਜੀ ਮੰਨ ਲਓ ਤੁਸੀਂ ਆਏ ਹੋ, ਗੱਡੀਆਂ ਦੌਲਤ ਜਾਂ ਹੋਰ, ਉਹ ਬੰਦੇ ਨੂੰ ਚਿੜਪੜਾ ਜਿਹਾ ਸੁਭਾਅ ਜਿਹਾ ਰਹਿੰਦਾ, ਨਹੀਂ ਉਹ ਦੱਸਦਾ ਹੈ ਨਾ। ਚੌਥਾ ਨੰਬਰ ਮਸ਼ਕੀਨ ਜੀ ਕਹਿੰਦੇ ਨੇ ਵੀ ਜਿਵੇਂ ਲੋਗੋ ਲਾ ਕੇ ਛੱਡੇ ਹੁੰਦੇ ਨੇ ਧੁਰ ਦਰਗਾਹੀ, ਉਹਨਾਂ ਦਾ ਨਾ ਕੋਈ ਲੇਬਲ ਹੁੰਦਾ, ਨਾ ਕੋਈ ਉਹਨਾਂ ਦਾ ਪਤਾ ਹੁੰਦਾ, ਉਹ ਬਹਾਰ ਚੋਂ ਹੀ ਇੱਕ ਗੁਲਜ਼ਾਰ ਪੈਦਾ ਕਰ ਦਿੰਦੇ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕੁਦਰਤ। ਆਪਾਂ ਕਹਿ ਦਿੰਦੇ ਹੁੰਦੇ ਵੀ ਯਾਰ ਬੰਦਾ ਬੜਾ ਟੇਢਾ ਜਿਹਾ ਸੀ, ਬੜਾ ਸੋਹਣਾ ਬਣ ਗਿਆ ਹੈ ਨਾ। ਇਸ ਤਰ੍ਹਾਂ ਵੀ ਇਹ ਜਿਹੜੇ ਜੀਵਨ ਦੇ ਤਾਰ ਨੇ, ਕੋਈ ਕਿਸੇ ਨੂੰ ਸਿੱਧੇ ਰਸਤੇ ਨਹੀਂ ਪਾਉਂਦਾ। ਵਕਤ ਤੇ ਸਮਾਂ ਇਹੋ ਜਿਹਾ ਗੁੜੀਆ ਬੰਦੇ ਨੂੰ ਮਜਬੂਰ ਕਰ ਦਿੰਦਾ। ਜਾਨਣਾ ਚਾਹਾਂਗੇ ਕਿ ਬਲਵਿੰਦਰ ਸਿੰਘ ਜੋ ਕਿ ਪਹਿਲਾਂ ਬਹੁਤ ਸਾਰੇ ਵੱਡੇ ਵੱਡੇ ਮਹਿੰਗੇ ਹੋਟਲਾਂ 'ਚ ਰਹਿੰਦਾ, ਬੰਬੇ ਵਰਗੇ ਵੱਡੇ ਸ਼ਹਿਰ ਦੇ ਵਿੱਚ, ਤਾਂ ਅਚਾਨਕ ਪੰਜਾਬ ਦੀ ਧਰਤੀ ਤੇ ਇੱਥੇ ਆ ਕੇ ਇਸ ਬਾਣੇ ਵਿੱਚ ਕਿਵੇਂ ਕਿ ਇਹ ਤੁਹਾਨੂੰ ਵੀ ਤੁਰ ਦਰਗਾਹੋਂ ਪਰਮਾਤਮਾ ਦੀ ਅਪਾਰ ਕਿਰਪਾ ਹੋਈ ਆ ਕਿ ਉਹ ਮੈਂ ਜਾਣਨਾ ਚਾਹਾਂਗੀ ਕਿ ਉਹ ਪਿਛਲਾ ਜੀਵਨ ਕਿਵੇਂ ਦਾ ਸੀ ਤੁਹਾਡਾ। ਅਸੀਂ ਸਾਰੇ ਆਪਣੇ ਪ੍ਰੋ ਪੰਜਾਬ ਟੀਵੀ ਦੇ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਦੇ ਹਾਂ। ਵੇਖੋ ਉਹੀ ਗੱਲ ਕੀਤੀ ਹੈ ਨਾ, ਪਹਿਲਾਂ ਵੀ ਆਪਾਂ ਉਹੀ ਵਚਨ ਕੀਤਾ ਸੀ ਵੀ ਜਿਹੜਾ ਸਾਧੂ ਹੈ ਜਾਂ ਕੋਈ ਮਹਾਤਮਾ ਜਾਂ ਕਿ ਆਰਟਿਸਟ ਹੈ ਨਾ, ਜਿਹ 'ਚ ਕਲਾ, ਜਿਹ 'ਚ ਗੁਲਗਸਤਾ ਭਰਿਆ। ਹੁਣ ਤੂੰ ਵੀ ਕਿਸੇ ਪਰਿਵਾਰ ਵਾਲੀ ਹੈ ਤੇ ਮੈਂ ਵੀ ਕਿਸੇ ਪਰਿਵਾਰ ਵਾਲਾ ਹੈ ਨਾ। ਆਪਾਂ ਆਏ ਤੇ ਇੱਕ ਮਾਤ ਪਿਤਾ ਬਿਨ ਬੰਧਕ ਬਾਲਕ ਤੂੰ ਮੇਰਾ ਗੁਰਹਾਈ ਹੈ ਨਾ, ਇੱਕ ਜੁਆਇੰਟ ਫੈਮਿਲੀ ਚੋਂ ਹੀ ਆਏ ਆ ਆਪਾਂ ਹੈ ਨਾ। ਬੀ ਬੋਇਆ, ਉਹਦੇ ਕਰਮਾਂ ਮੁਤਾਬਕ ਉਹਨੇ ਸਾਨੂੰ ਗੁਲਗਸਤਾ ਦਿੱਤਾ। ਸਮਾਂ ਜਿਹੜਾ ਹੈ ਨਾ, ਸਮਾਂ ਵਕਤ ਬੜੀ ਚੀਜ਼ ਹੈ। ਸਮੇਂ ਨੇ ਤੇ ਸੱਚ ਪੁੱਛਿਓ ਜਿਨ੍ਹਾਂ ਦੀ ਯਾਦ 'ਚ ਬੈਠੇ ਆ, ਕਲਗੀਧਰ ਪਾਤਸ਼ਾਹ 'ਚ ਕਿਤੇ ਪਾਵਰ ਨਹੀਂ ਸੀ। ਹੁਣ ਜਿਹੜਾ 14 ਜੰਗਾਂ 'ਚ ਨਹੀਂ ਹਾਰਨ ਦਿਆ, ਸਮਝਦੇ ਹੋ ਨਾ, ਤੇ 14 ਜੰਗਾਂ 'ਚ ਹਾਰ ਕੇ ਤੇ ਆਪਣੇ ਆਪ ਨੂੰ ਇੱਕ ਲਿਖਦਾ ਰੁਤਬਾ ਬੁਲੰਦ। ਅਕਾਲ ਪੁਰਖ ਵਾਹਿਗੁਰੂ ਜਿੰਨੀ ਕੁ ਤੂੰ ਡਿਊਟੀ ਲਾਈ ਸੀ ਮੇਰੀ ਮੈਂ ਨਿਭਾ ਗਿਆ, ਪਰ ਇਹ ਕਾਰਜ ਤੂੰ ਹੋਇਆ ਤੇ ਤਾਂ ਹੋਇਆ। ਕਿਹੜਾ ਨਹੀਂ ਚਾਹੁੰਦਾ ਵੀ ਮੈਂ ਆਪਣਾ ਪਰਿਵਾਰ ਨਾ ਪਾਲਾਂ, ਕਿਹੜਾ ਨਹੀਂ ਚਾਹੁੰਦਾ ਵੀ ਮੈਂ ਕੀ ਨਾ ਕਰਾਂ। ਹੁਣ ਆਪਣੇ ਤੇ ਲਾ ਲਓ ਹੈ ਨਾ, ਸੰਗਤ ਇੱਥੇ ਦਿੰਦੀ ਹੈ, ਹੁਣ ਆਖੇ ਵੀ ਲਾਡਾ ਹਾਂ ਬੜਾ ਵਧੀਆ ਸਾਰਾ ਕੁਝ ਚੱਲਣ ਦਿਆ, ਨਹੀਂ, ਨਾ ਤੇ ਝੂਠ ਸ਼ੁਭਦਾ, ਨਾ ਹੀ ਸੱਚ ਸ਼ੁਭਦਾ, ਨਾ ਹੀ ਤੁਸੀਂ ਹੱਕ ਦੀ ਜਿਹੜੀ ਕੀਮਤ ਕਮਾਈ ਕੀਤੀ ਉਹ ਸ਼ੁਭਦੀ ਹੈ। ਹਰ ਫਿਲਮ ਹੈ, ਹਰ ਫਿਲਮ ਦਾ ਐਂਡ ਹੈ। ਐਂਡ ਦੇ ਵਿੱਚ ਕਈ ਕਈ ਰੁਤਬੇ ਨੇ, ਜਦੋਂ ਅਸੀਂ ਉਹ ਸਾਂਭਦੇ ਨਹੀਂ, ਬਾਅਦ 'ਚ ਅਸੀਂ ਉਹ ਜਾਂ ਫੋਟੋਆਂ 'ਤੇ ਕੱਪੜਾ ਮਾਰਨ ਜੋਗੇ ਤੇ ਜਾਂ ਇੱਕ ਗੱਲਾਂ ਦੀ ਪੇਸ਼ਕਸ਼ ਤੇ ਜਾਂ ਉਹਨਾਂ ਵਾਸਤੇ ਬੁਕਿੰਗ ਬਣ ਜਾਂਦੀ ਹੈ, ਇੱਕ ਸਟਾਲ ਬਣ ਜਾਂਦਾ ਕਿਤਾਬਾਂ ਦਾ ਵੀ ਹੁਣ ਪੜ੍ਹੀ ਚੱਲੋ ਤੇ ਜੀਵਨ ਬਤੀਤ ਕਰੀ ਚੱਲੋ। ਕਵੀ ਦੀ ਜਿਹੜੀ ਜ਼ਿੰਦਗੀ ਹੈ ਨਾ, ਕਵੀ ਦੀ ਜ਼ਿੰਦਗੀ ਹੈ ਉੱਕਾ ਹੀ ਕੰਨ ਦੇ ਪੜਦੇ ਨਾਲੋਂ ਐਨ ਪਤਲੀ ਕੋਮਲ ਦਿਲ। ਹੁਣ ਕੰਨ ਦੇ ਪੜਦੇ ਜੀ ਹੁਣ ਸਵਾਲ ਲਾਵਾਂਗੇ, ਜਿੱਥੋਂ ਤੱਕ ਤੇ ਹੁਣ ਬਚਪਨ 'ਚ ਸੁਣਦੇ ਆਈਦਾ ਸੀ, ਉਹ ਕਹਿੰਦੇ ਵੀ ਕੰਨ ਦਾ ਪੜਦਾ ਇਸ ਤਰ੍ਹਾਂ ਹੁੰਦਾ ਜਿਵੇਂ ਗੰਢੇ ਦਾ ਛਿਲਕਾ ਵੇਖਿਆ ਨਾ, ਇਸ ਤਰ੍ਹਾਂ ਹੁੰਦਾ। ਤੇ ਜਦੋਂ ਹੁਣ ਕੰਨ 'ਚ ਥੱਪੜ ਵੱਜਿਆ ਕਿਸੇ ਦਾ, ਉਹ ਟੀਂਟੀ ਨਹੀਂ ਹੋਣ ਲੱਗਦਾ ਮਹਿੰਗੇ ਮਹਿੰਗੇ ਉਹਨਾਂ ਚੀਜ਼ਾਂ 'ਚ ਗੁਲਗਸਤਿਆਂ ਦੇ, ਕਿਉਂਕਿ ਮੇਰੀ ਵੇਖੋ ਹਰ ਚੀਜ਼ ਦੀ ਕੁਆਲਿਟੀ ਹੈ। ਹੁਣ ਤੁਸੀਂ ਚੱਲ ਕੇ ਆਏ ਹੋ ਹੈ ਨਾ, ਮੈਂ ਆਉਂਦੇ ਨੂੰ ਆਖਾਂ ਨਹੀਂ ਯਾਰ ਮੇਰਾ ਦਿਲ ਨਹੀਂ ਮੰਨਦਾ, ਉਹ ਗੱਲ ਵੱਖਰੀ ਹੈ। ਆਉਂਦੇ ਨੂੰ ਆ ਕੇ ਯਾਰ ਤੇਰੇ ਮੱਥੇ ਨਹੀਂ ਲੱਗਣਾ, ਦਫਾ ਹੋ ਜਾ ਹੈ ਨਾ। ਕਾਰਨ ਕੀ ਹੈ, ਰੂਹ ਦੀ ਖੁਰਾਕ ਹੁੰਦੀ ਹੈ। ਤੁਸੀਂ ਚੱਲ ਕੇ ਆਏ ਹੋ, ਮੋਸਟ ਵੈਲਕਮ। ਉਹਦੀ ਚੀਜ਼ ਦਾ ਇੱਕ ਪਹਾੜ ਹੈ, ਗਲਗਸਤਾ ਹੈ, ਚੈਨਲਾਂ ਰਾਹੀਂ, ਮਾਰਕੀਟ ਰਾਹੀਂ, ਇੱਕ ਜਿਹੜਾ ਉਹ ਚੀਜ਼ ਦੀ ਬੁਕਿੰਗ ਕਰਨ ਦਿਆ ਉਹਦੇ ਰਾਹੀਂ ਹੈ ਨਾ। ਹਰ ਚੀਜ਼ ਦਾ ਲੇਵਲ ਹੈ, ਤੇ ਲੇਵਲ ਦੇ ਨਾਲ ਇੱਕ ਟੇਬਲ ਹੈ, ਇੱਕ ਨਾਲ ਟੀਮ ਹੈ। ਜਿਵੇਂ ਇੱਕ ਕਹਾਵਤ ਹੈ ਬਹੁਤ ਸੋਹਣੀ, ਕਹਿੰਦੇ ਵੀ ਲੈਂਟਰ ਬੀਮ ਤੋਂ ਬਿਨਾ, ਆੜਤੀਆ ਮਨੀਮ ਤੋਂ ਬਿਨਾ, ਤੇ ਵਿਹਲਾ ਬੰਦਾ ਕਸੀਮ ਤੋਂ ਬਿਨਾ, ਤੇ ਅਮਲੀ ਫੀਮ ਤੋਂ ਬਿਨਾ। ਕਹਿਣਾ ਨਹੀਂ ਚਾਹੀਦਾ ਪਰ ਹਕੀਕਤ ਹੈ, ਤੁਕ ਜੁੜਦੀ ਉਹਦੇ ਨਾਲ। ਤੇ ਜਿਹੜਾ ਇੱਕ ਬਿਜ਼ਨਸ ਤੌਰ ਹੈ ਉਹ ਟੀਮ ਤੋਂ ਬਿਨਾ। ਹਰ ਚੀਜ਼ ਦੀ ਟੀਮ ਹੈ ਨਾ, ਤੁਸੀਂ ਵੀ ਵੇਖੋ ਨਾ, ਹਰ ਚੀਜ਼ ਨਾਲ ਟੀਮ ਜੁੜੀ ਹੈ, ਹਰ ਚੀਜ਼ ਦਾ ਇੱਕ ਰੁਤਬਾ ਹੈ। ਹੁਣ ਜੇ ਤੁਸੀਂ ਆਖੋ ਮੈਂ ਬੜਾ ਗੁਣੀ ਧਾਰੀ ਹਾਂ, ਮੇਰੇ 'ਚ ਬੜਾ ਕੁਛ ਹੈ, ਇਸ ਤਰ੍ਹਾਂ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਵੀ ਆਪ ਗੁਲਗਸਤੇ ਸਨ। ਉਹਨਾਂ ਨੇ ਕਿਉਂ ਆਖਿਆ ਵੀ ਤੂੰ ਹੈ ਤੇ ਮੈਂ ਹਾਂ, ਜੇ ਤੂੰ ਨਹੀਂ ਤੇ ਮੈਂ ਵੀ ਇੱਥੇ ਕੁਛ ਨਹੀਂ। ਕਿਹੜਾ ਆਪਣੀ ਪ੍ਰਾਪਰਟੀ ਨੂੰ ਲਟਾ ਕੇ ਇੱਕ ਭੁੱਖੇ ਸਾਧੂਆਂ ਨੂੰ ਹੈ ਨਾ, ਸਾਰੇ ਮੈਟਰ ਜਾਣਦੇ ਹੀ ਆ ਇਸ ਪੰਜਾਬ ਦੀ। ਵੈਸੇ ਇਸ ਪੰਜਾਬ ਦੀ ਇੱਕ ਖੂਬਸੂਰਤੀ ਬਹੁਤ ਹੈ, ਜਦੋਂ ਬੱਚਾ ਇੱਥੇ ਪੈਦਾ ਹੁੰਦਾ ਉਹ ਇਤਿਹਾਸ ਨਾਲ ਲਿਟਰੇਚਰ ਉਹਦੇ ਨਾਲ ਜੁੜ ਜਾਂਦਾ, ਉਹਦੇ ਵਿੱਚ ਇੱਕ ਖੂਬਸੂਰਤੀ ਮੈਟਰ ਹੁੰਦਾ ਉਹਦੇ ਕਰਮਾਂ ਮੁਤਾਬਕ। ਐਟੋਮੈਟਿਕ ਉਹਨੂੰ ਕਿਤਾਬ ਚੁੱਕਣ ਦੀ ਲੋੜ ਨਹੀਂ ਪੈਂਦੀ, ਜਿਹਨੂੰ ਅਸੀਂ ਕਿਤਾਬ ਵੀ ਦੇ ਦਿੰਦੇ ਹਾਂ, ਯਾਰ ਇਹ ਬੰਦਾ ਇਲਾਹੀ ਬਾਣੀ ਹੈ, ਯਾਰ ਇਹ ਬੰਦਾ
ਕੋਈ ਬ੍ਰਹਮ ਗਿਆਨੀ ਹੈ, ਯਾਰ ਇਹ ਬੰਦਾ ਫੱਕਰ ਜਾਂ ਸਾਧੂ ਹੈ, ਜਿਵੇਂ ਤੁਸੀਂ ਪਹਿਲਾਂ ਕੁਐਸਚਨ ਕੀਤਾ। ਨਹੀਂ, ਸਾਰਾ ਕੁਛ ਹੀ ਕਰਮਾਂ ਦੇ ਉੱਤੇ ਵੇ। ਜੋ ਜੋ ਅਸੀਂ ਬੀਜਿਆ ਨਾ, ਜੋ ਜੋ ਅਸੀਂ ਖਿਲਾਰਿਆ, ਉਹ ਭਾਵੇਂ ਪੱਕੀ ਗਰੰਟੀ ਨਹੀਂ ਕਿ ਮੈਂ ਹੀ ਖਾਣਾ, ਕੀ ਪਤਾ ਆਉਣ ਵਾਲੇ ਸਮੇਂ ਨੇ ਕੀ ਹੋਣਾ। ਹੁਣ 2 ਨਿਆਣੇ ਜੰਮੇ ਨੇ, ਉਹਦੀ ਪੱਕੀ ਗਰੰਟੀ ਥੋੜਾ ਕਿ ਬੁਢਾਪੇ 'ਚੋਂ ਪ੍ਰਸ਼ਾਦਾ ਦੇਣਗੇ। ਸਮਝਦੇ ਹੋ ਨਾ? ਇਸ ਤਰ੍ਹਾਂ ਹੀ ਇਹ ਰੁਤਬਾ ਹੈ ਸੰਸਾਰ, ਇਹਦੇ ਵਿੱਚ ਸਮਝਣ ਦੀਆਂ ਕਈ ਵਾਰੀ ਕਲੋਜ਼ਿੰਗ ਗੱਲਾਂ ਵੀ ਦੂਰ ਹੋ ਜਾਂਦੀਆਂ ਨੇ, ਕਈ ਵਾਰੀ ਦੂਰ ਵਾਲੀਆਂ ਗੱਲਾਂ ਇੰਨੀਆਂ ਕਲੋਜ਼ਿੰਗ ਹੋ ਜਾਂਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੰਦਾ ਐਪਸੈਟ ਯਾਰ ਮੈਂਟਲ ਹੈ, ਇਹਦੇ ਮੱਥੇ ਲੱਗਣਾ ਮਾਂ ਪਾਪ ਹੈ। ਕਾਰਨ ਕੀ ਹੈ? ਹਰ ਬੰਦਾ ਕਿਸੇ ਦੇ ਕਿਸੇ ਘੇਰੇ ਨਾਲੋਂ ਜਕੜਿਆ, ਵਕਤ ਦਾ ਸਤਾਇਆ। ਕੌਣ ਨਹੀਂ ਕਹਿੰਦਾ ਮੈਂ ਬਾਦਸ਼ਾਹ ਹਾਂ? ਉਹ ਇੱਕ ਪੰਕਤੀ ਆਉਂਦੀ ਹੈ, ਚਲੋ ਪੜ੍ਹਿਆ ਨਹੀਂ, ਉਹ ਕਹਿੰਦੇ ਸਭ ਕਹਿਤ ਹੈ ਪਾਇਆ, ਘੱਟ ਕਿਸੇ ਨਾ ਕਹਾਇਆ। ਇਸ ਕਰਕੇ ਸੋ ਜੋ ਵੀ ਚੱਲਦਾ ਡਾਟਾ ਉਹਦੀ ਰਜਾ ਤੋਂ ਬਗੈਰ ਉਹਦੀ ਵਜ੍ਹਾ ਹੁੰਦੀ ਹੈ। ਬਾਕੀ ਤੁਸੀਂ ਜੋ ਅੰਗਰੇਜ਼ੀ ਦੇ ਤੁਸੀਂ ਮਾਸਟਰ ਹੋ, ਅੰਗਰੇਜ਼ੀ ਠਾਠਾ ਆਉਂਦੀ ਹੈ, ਹਾਲੇ ਕਹਿੰਦੇ ਹੋ ਪੜ੍ਹਿਆ ਨਹੀਂ। ਪੜ੍ਹਾਈ ਫਿਰ ਕਿਹੜੀ ਹੁੰਦੀ ਹੈ? ਪੜ੍ਹਾਈ ਤੇ ਇਹੀ ਹੁੰਦੀ ਹੈ, ਵੇਖੋ ਪੱਥਰ ਦੀ ਰਗੜਾਈ ਏ ਤੇ ਚਮਕੋ ਦੀ ਪਤਾ ਲੱਗ ਜਾਂਦਾ ਮਕਰਾਣੇ ਦਾ ਜਾਂ ਆਮ ਇਹ ਮੋਹਾਲੀ ਵਾਲੇ ਰੋਡ ਦਾ। ਕਿਉਂਕਿ ਅੱਜ ਕੱਲ੍ਹ ਨਾ ਵੇਖੋ ਉਹੀ ਗੱਲ ਹੈ ਨਾ, ਸਜਾਵਟ ਜ਼ਿਆਦਾ ਹਰ ਚੀਜ਼ 'ਚ, ਉਹ ਬੋਲਣਾ ਨਹੀਂ ਆਉਂਦਾ। ਇੱਕ ਵਿਖਾਵਾ ਜਿਹਾ ਤੇ ਇੱਕ ਪੱਗ ਤੇ ਮਾਵਾ ਜਿਹਾ ਰਹਿ ਗਿਆ। ਜਦੋਂ ਤੇ ਅਸੀਂ ਬੰਨ੍ਹਨੇ ਆ ਤੇ ਅਗਲਾ ਕਹਿੰਦਾ ਯਾਰ ਕਿਹੜੇ ਸ਼ਹਿਰ ਦੀ ਏ, ਤੇ ਜਦੋਂ ਉਹਨੂੰ ਧੋਨੇ ਆ ਅਗਲਾ ਕਹਿੰਦਾ ਤੇ ਕਲੀ ਵਾਲੇ ਨੂੰ ਭੈੜਾ ਕੱਪੜਾ। ਸਮਝਦੇ ਹੋ ਨਾ, ਜਿਹੜਾ ਕਲੀ ਵਾਲੇ ਨੂੰ ਪਾਉਂਦੇ ਆ। ਇਸ ਕਰਕੇ ਪੁਰਾਣੇ ਜਿਹੜਾ ਯੂਜ਼ ਕੀਤਾ, ਖੱਦਰ ਪਾਉਂਦੇ ਹੁੰਦੇ ਸਨ ਪੁਰਾਣੇ ਬੰਦੇ। ਚਿੱਟਾ ਕੱਪੜਾ ਕੀ ਕਹਿੰਦਾ? ਸ਼ਾਂਤੀ ਦਾ ਪੁੰਜ। ਇਹਦੇ ਵਿੱਚ ਰੰਗ ਵੀ ਕਈ ਆ ਗਏ ਨੇ। ਚਿੱਟਾ ਕਦੀ ਕਹਿੰਦਾ ਮੈਂ ਕਾਲਾ ਬਣ ਜਾ, ਨਹੀਂ ਦੱਸੇਗਾ। ਚਿੱਟੇ ਨੂੰ ਜਿਹੜਾ ਮਰਜ਼ੀ ਰੰਗ ਦੇ ਦਿਓ, ਪਰ ਜਦੋਂ ਕਾਲੇ ਨੂੰ ਤੁਸੀਂ ਜਾਂ ਕਿਸੇ ਹਰੇ ਨੂੰ ਜਾਂ ਕਿਸੇ ਲਾਲ ਨੂੰ ਜਾਂ ਕਿਸੇ 7 ਰੰਗ ਨੂੰ ਕਿਸੇ ਰੰਗ 'ਚ ਪਾਓਗੇ, ਗੜਬੜ ਹੋਵੇਗੀ। ਸਮਝਦੇ ਹੋ ਨਾ? ਇਸ ਤਰ੍ਹਾਂ ਹੀ ਹੈ, ਤੁਸੀਂ ਹੁਣ ਵਿਚਾਰ ਰਲ ਗਏ ਤੇ ਮਿੱਤਰ, ਨਾ ਰਲੇ ਤੇ ਛਿੱਤਰ। ਰੌਲਾ ਹੀ ਸਾਰਾ ਵਿਚਾਰਾਂ ਦਾ। ਇਸ ਕਰਕੇ ਜ਼ਿੰਦਗੀ ਜਿਵੇਂ ਜਿਵੇਂ ਮਾਲਕ ਕੋਈ ਚੀਜ਼ ਨੂੰ ਪਲਟਾ ਮਾਰਦਾ ਨਾ ਮੈਡਮ, ਉਹ ਇੱਕ ਸੱਚਾਈ ਗੱਲ ਹੈ, ਬੰਦਾ ਬੰਦੇ ਦਾ ਜੀਵਨ ਨਹੀਂ ਬਦਲ ਸਕਦਾ। ਵਕਤ ਤੇ ਸਮਾਂ ਹੀ ਇਹੋ ਜਿਹੀ ਚੀਜ਼ ਹੈ ਵੀ ਬੰਦੇ ਨੂੰ ਬੇਵੱਸ ਕਰ ਦਿੰਦਾ। ਪਲਟਾ ਵੱਜਾ ਕਿਵੇਂ ਤੁਹਾਡੀ ਜ਼ਿੰਦਗੀ 'ਚ? ਬਸ ਇਹ ਕੁਛ ਮਤਲਬ ਅੰਦਰੂਨੀ ਤਾਕਤ ਨਾਲ ਵੇਖੋ, ਕੁਛ ਤੁਹਾਡਾ ਅੰਦਰੂਨੀ ਮੈਟਰ ਹੈ ਹਨਾ। ਦੁਨਿਆਵੀ ਤੁਹਾਡੇ ਕੋਲ ਵੀ ਗੱਲਾਂ ਨੇ, ਦੁਨਿਆਵੀ ਮੇਰੇ ਕੋਲ ਵੀ ਹੋਣੀਆਂ ਨੇ, ਪਰ ਇੱਕ ਪਰਸਨਲ ਡਾਟਾ ਹੁੰਦਾ, ਉਹ ਦੱਸਣ ਲਾਇਕ ਨਹੀਂ ਹੁੰਦਾ। ਜੇ ਉਹਨੂੰ ਦੱਸਨੇ ਆ ਨਾ, ਫਿਰ ਉਹਦੇ 'ਚ ਤੇ ਇਹਦੇ 'ਚ ਭੇਦ ਨਹੀਂ ਰਹਿੰਦਾ। ਫਿਰ ਉਹਦੇ ਵਿੱਚ ਕੱਲ੍ਹ ਨੂੰ ਮੈਸੇਜ ਵੀ ਹੋਣੇ ਨੇ, ਇਹ ਨਹੀਂ ਇਹ ਕੋਈ ਫਰਾਡ ਹੈ ਜੀ, ਇਹ ਲੱਲੇ ਨੇ, ਇਹ ਭੱਬੇ ਨੇ, ਸਾਰੀ ਦੁਨੀਆ ਯਾਰ ਫਰਾਡ ਹੈ ਕਿ ਨਹੀਂ। ਇੱਕ ਆਪਾਂ ਵਧੀਆ ਮੈਸੇਜ ਦੇਵਾਂਗੇ, ਕੁਛ ਸਮਾਂ ਲੱਗੇਗਾ ਉਸ ਚੀਜ਼ ਨੂੰ ਤਰਾਸਣ ਵਾਸਤੇ, ਪਰ ਸਿਆਣੇ ਕਹਿੰਦੇ ਨੇ ਔਲਾ ਖਾਧਾ ਨਾ, ਹਾਂਜੀ ਖਾਧਾ ਨਾ, ਉਹਦਾ ਸਵਾਦ ਪਹਿਲਾਂ ਤਾਂ ਨਹੀਂ ਆਉਂਦਾ ਹੈਂ ਹੈ ਨਾ। ਔਲੇ ਦਾ ਤੇ ਸਿਆਣੇ ਦਾ, ਸਿਆਣਾ ਉਹ ਨਹੀਂ ਵੀ ਜਿਹੜਾ 4 ਲਾਚੀਆਂ ਦੇ ਸਿਆਣਾ ਇਹ ਵੇ ਸਿਆਣ ਲਵੇ, ਕੋਈ ਬੂਕਤ ਪਾਵੇ ਸਾਨੂੰ ਹੈ ਨਾ। ਹੁਣ ਪੁਰਾਣੇ ਜਿਹੜੇ ਰਾਜਿਆਂ ਦੇ ਵਜ਼ੀਰ ਹੁੰਦੇ ਸਨ, ਜਿਹੜਾ ਪੈਸੇ ਵਾਲਾ ਬੰਦਾ ਹੁੰਦਾ ਨਾ, ਉਹਦੇ ਕੋਲ ਦਿਮਾਗ ਨਹੀਂ ਹੁੰਦਾ। ਸੱਚੀ ਗੱਲ ਦੱਸਿਓ, ਵੇਖੋ ਹਕੀਕਤ ਹੈ, ਕਿਉਂ ਉਹਨੂੰ ਪਾਰਟਨਰ ਰੱਖਣੇ ਪੈਂਦੇ ਨੇ ਨਾਲ। ਇੱਕ ਬੰਦਾ ਆਮ ਦਿਹਾੜੀ ਕਰਦਾ ਮੇਰੇ ਵਾਂਗੂ, ਉਹਦੇ ਨਾਲ ਜਿਹੜਾ ਡਿਗਰੀ ਚੁੱਕੀ ਫਿਰਦਾ ਉਹਦੇ ਨਾਲ 4+ ਚੱਲਣ ਦਿਆ। ਉਹ ਆਪਾਂ ਕਹਿੰਦੇ ਨਾ ਇੰਜੀਨੀਅਰ ਹੈਲਪਰ, ਪਰ ਮਤਲਬ ਵੀ ਉਹ ਜ਼ਿਆਦਾ ਪਰਿੰਦਿਆਂ ਵਾਂਗੂ ਫਲ ਮਾਰਨਾ ਚਾਹੁੰਦਾ। ਉਹਨੇ ਦਿਸ਼ਾ ਸਾਰੀਆਂ ਚੋਟੀ ਜਿਹੀਆਂ ਗਾਈਆਂ ਨੇ। ਹੁਣ ਜਿੰਨਾ ਇੰਜੀਨੀਅਰ ਨੇ ਦਿਮਾਗ ਖਰਾਬ ਕੀਤਾ ਆਪਣਾ ਪੜ੍ਹਾਈ 'ਤੇ, ਉਹਨਾਂ ਹੈਲਪਰ ਨੇ ਆਪਣਾ ਪ੍ਰੈਕਟੀਕਲ 'ਤੇ ਕੀਤਾ। ਸਪੀਰਸ ਤਾਂ ਦੋਵਾਂ ਦਾ ਹੀ ਹੈ ਨਾ। ਉਹਨੇ ਹੁਣ ਕਿਸੇ ਹੋਰ ਵੇਸ਼ 'ਤੇ ਕੀਤਾ, ਤੇ ਇੱਕ ਹੈਲਪਰ ਹੈ ਵਿਚਾਰਾ 10-9 ਦੀ ਕੀਰਤਨ ਕਰਦਾ, ਕਮਾਈ ਕਰਦਾ, ਤੇ ਉਹਦੀ ਦਿਹਾੜੀ ਹੈ ਨਾ। ਤੁਸੀਂ ਹਿਸਾਬ ਹੀ ਲਾ ਲਓ ਜੋ ਸਾਡੇ ਦੌਰ ਤਰੀਕੇ ਵਰਤ ਰਹੇ ਨੇ। ਕਾਰਨ ਇਹ ਵੇ ਕਿ ਹਰ ਚੀਜ਼ ਨੂੰ ਤਰਸਣਾ, ਹਰ ਚੀਜ਼ ਨੂੰ ਪਲਟਾ ਮਾਰਨਾ, ਵਕਤ ਮਾਰਦਾ, ਸਮਾਂ ਮਾਰਦਾ। ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਦਾ ਕੋਈ ਜੀਵਨ ਪਲਟ ਲੇ। ਅੱਗੇ ਵੀ ਬੇਨਤੀ ਕੀਤੀ ਹੈ ਨਾ, 2 ਬੱਚੇ ਨੇ, ਨਿਆਣੇ ਨੇ ਹੈ ਨਾ, ਕੋਈ ਮਿੱਤਰ ਹੈ ਤੁਹਾਡਾ ਵੀ ਹੋਵੇਗਾ ਕੋਈ, ਉਹਦਾ ਕੀ ਤੁਸੀਂ ਫੇਸ ਪੜ੍ਹ ਲਓਗੇ? ਮਿੱਠੀਆਂ ਗੱਲਾਂ ਵਾਲਾ ਨਾ ਸ਼ਾਇਦ ਮਿੱਠਾ ਨਹੀਂ ਬਣਾ ਸਕਦਾ, ਡੰਗ ਵਾਲਾ ਹੀ ਬਣਾ ਸਕਦਾ। ਬਾਕੀ ਤੁਸੀਂ ਕਰੋ ਕਿਰਪਾ। ਕਵੀ ਦੀ ਗੱਲ ਕਰ ਰਹੇ ਸੀ ਤੁਸੀਂ ਹੈ ਨਾ, ਤਾਂ ਖੂਬਸੂਰਤ ਤੁਸੀਂ ਬਹੁਤ ਲਿਖਦੇ ਹੋ, ਗੱਲਾਂ ਤੋਂ ਗੱਲਾਂ ਤੁਸੀਂ ਬਹੁਤ ਵਧੀਆ ਬਣਾ ਲੈਂਦੇ ਹੋ। ਮੈਂ ਚਾਹਾਂਗੀ ਕੁਝ ਸੁਣਾਓ ਸਾਨੂੰ, ਉਸ ਖੂਬਸੂਰਤ ਆਵਾਜ਼ ਵਿੱਚ ਹੀ ਸੁਣਨਾ ਪਸੰਦ ਕਰਾਂਗੇ। ਵੇਖੋ ਕਵੀ ਜਿਹੜਾ ਨਾ, ਭਾਈ ਨੰਦ ਲਾਲ ਜੀ ਤੋਂ ਸ਼ੁਰੂ ਹੋਈਏ ਸਾਡੇ ਤੇ ਫਿਰ ਉਹੀ ਗੱਲਾਂ ਆ ਜਾਂਦੀਆਂ। ਸਮੁੰਦਰ 'ਚ ਬੜਾ ਕੁਛ ਹੈ, ਮਗਰਮੱਛ ਵੀ ਹੈ, ਤੇ ਉਹਦੇ 'ਚ ਮੱਛੀਆਂ ਵੀ ਨੇ, ਇੱਕ ਉਹ 'ਚ ਹੰਸ ਵੀ ਰਹਿੰਦਾ। ਹੁਣ ਜੇ ਹੰਸ ਦੀ ਖੁਰਾਕ ਖਾਣੀ ਹੈ ਨਾ, ਫਿਰ ਬਾਬਾ ਨਾਨਕ ਕਹਿੰਦਾ ਵੀ ਕੌਡੇ ਵਰਗਿਆਂ ਨਾਲ ਯਾਰੀ ਪਾਣੀ ਪੈਣੀ ਕਿ ਨਹੀਂ। ਸਮਝਦੇ ਹੋ ਨਾ? ਇਹ ਚੀਜ਼ ਇਹ ਵੇਖੋ, ਇਹ ਸੰਸਾਰ ਹੈ। ਇਹ ਜਿਹੜਾ ਕਵੀ ਹੈ ਨਾ,
ਜਦੋਂ ਠੋਕਰ ਲੱਗੀ, ਜ਼ਖਮ ਲੱਗਾ, ਤਾਂ ਖਸਮ ਦਾ ਪਤਾ ਲੱਗਾ। ਪਹਿਲਾਂ ਆਪਾਂ ਟ੍ਰੀਟਮੈਂਟ ਕਿੱਥੋਂ ਕਰਾਉਣਾ ਸੀ? ਆਪਾਂ ਕਹਿੰਦਾ ਯਾਰ ਪੋਲੋ ਕਿੱਥੇ ਕਿੰਨੇ ਵੇਖਿਆ, ਪੀਜੀਆਈ ਕਿੰਨੇ ਵੇਖਿਆ। ਦਿੱਲੀ 'ਚ ਇੱਕ ਬਾਤਰਾ ਹਸਪਤਾਲ ਪੈਂਦਾ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਹੀ, ਉਹ ਕਿੰਨੇ ਵੇਖਿਆ? ਜਿਹਨੂੰ ਜ਼ਖਮ ਹੋਇਆ ਤਾਂ ਡਾਕਟਰ ਪਤਾ ਲੱਗਿਆ ਵੀ ਯਾਰ ਇਹ ਡਾਕਟਰ ਹੈ। ਕਵੀ ਦੀ ਤਰਾਸ ਕਿੱਥੋਂ ਹੋਈ? ਜਦੋਂ ਉਹਨੂੰ ਕੋਈ ਠੁਕਰਾਨਾ ਵੱਜਿਆ ਜਾਂ ਉਹਨੂੰ ਕੋਈ ਜ਼ਖਮ ਦਿੱਤਾ, ਵਿਛੋੜਾ ਪਿਆ ਕਿਸੇ ਚੀਜ਼ ਦਾ, ਜਾਂ ਉਹਨੂੰ ਕੋਈ ਦਰਦ ਕੋਈ ਇਹੋ ਜਿਹਾ ਲੱਗਾ, ਫਿਰ ਉਹ ਨਗਮੇ ਉੱਡੇ। ਨਗਮੇ ਕਿੱਥੋਂ ਉੱਡੇ? ਜਿਵੇਂ ਤੁਸੀਂ ਪਹਿਲਾਂ ਸ਼ਾਇਰ ਬੋਲਿਆ ਸੀ, ਧਰਤੀ ਤੇ ਆਕਾਸ਼ ਏ, ਦੁਨੀਆ ਇੱਕ ਟਾਈਮ ਪਾਸ ਏ, ਪਾਣੀ ਦਾ ਗਲਾਸ ਏ, ਵੱਡਾ ਸਾਡਾ ਇਤਿਹਾਸ ਏ, ਦਿਲਾਂ ਦੀ ਖੂਬਸੂਰਤੀ ਨੂੰ ਕਾਇਮ ਕਰਨ ਵਾਸਤੇ ਇੱਕ ਅਭਿਆਸ ਏ। ਅੱਜ 95% ਗੁਰੂ ਕਿਰਪਾ ਕਰੇ। ਅਸੀਂ ਗੁੜੀਆ ਪੜ੍ਹ ਬੜੇ ਗਏ ਆ, ਪੜ੍ਹ ਇੰਨੇ ਕੁ ਗਏ ਆ ਕਿ ਅਗਲਾ ਕਹਿੰਦਾ ਵੀ ਯਾਰ ਤੂੰ ਮੇਰੇ ਮੱਥੇ ਨਾ ਲੱਗ, ਤੇਰੇ ਚੰਡ ਮਾਰਾਂ ਮੈਂ, ਵੀ ਮੇਰੀ ਤੂੰ ਸੁਣੀ ਨਾ, ਜੋ ਮੈਂ ਕਹਿਣਾ ਉਹ ਸੁਣ। ਅਸੀਂ ਜਿਹੜਾ ਸਾਨੂੰ ਸਿਧਾਂਤ ਗੁਰੂ ਨਾਨਕ ਨੇ ਦਿੱਤਾ ਸੀ ਉੱਤੇ ਅਸੀਂ ਚੱਲੇ ਨਹੀਂ, ਮੈਂ ਵੀ ਨਹੀਂ ਚੱਲਿਆ। ਹੁਣ ਮੇਰੇ ਵਰਗਾ ਉੱਠਦਾ ਆਪਣਾ 12 ਵਜੇ ਵੇ ਤੇ ਦੂਜਿਆਂ ਨੂੰ ਉਪਦੇਸ਼ ਦਿੰਦਾ ਯਾਰ ਇੰਨੇ ਵਜੇ ਉੱਠੀ, ਨਹੀਂ। ਗੁਰੂ ਕਿਰਪਾ ਕਰੇ, ਅੰਮ੍ਰਿਤ ਵੇਲਾ ਬੜੀ ਵੱਡੀ ਚੀਜ਼ ਵੀ ਏ। ਤੇ ਜੇ ਅੰਮ੍ਰਿਤ ਵੇਲਾ ਇੱਕ ਉਹ ਸੁਹਾਵਣਾ ਚਿੰਤਨ ਬਣਾ ਲਾਂਗੇ, ਪਹਿਲਾਂ ਆਪਣੇ ਜੀਵਨ ਨੂੰ ਘੜਾਂਗੇ, ਫਿਰ ਕਹਿਣ ਦੀ ਲੋੜ ਨਹੀਂ। ਆ ਕਿਹੜਾ ਚੈਨਲ ਹੈ? ਪੰਜਾਬ ਤੇ ਪ੍ਰੋ ਪੰਜਾਬ ਹੈ ਨਾ, ਦੱਸਣ ਦੀ ਲੋੜ ਤੇ ਨਹੀਂ। ਜਦੋਂ ਤੁਹਾਡਾ ਵਧੀਆ ਮੈਸੇਜ ਸੰਸਾਰ ਨੂੰ ਜਾਂਦਾ ਨਾ, ਉਹਨੂੰ ਕਹਿਣ ਦੀ ਲੋੜ ਨਹੀਂ। ਇਸ ਤਰ੍ਹਾਂ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ, ਤੁਸੀਂ ਕਿਉਂ ਨਹੀਂ ਹੋਏ ਮਸ਼ਹੂਰ, ਕਿਉਂ ਨਹੀਂ, ਹੈ ਨਾ, ਕਿਵੇਂ ਨਹੀਂ ਜਾਗੇ? ਕਾਰਨ ਇਹ ਵੇ ਕਿ ਵੇਖੋ ਕਈ ਚੀਜ਼ਾਂ ਆ ਜਾਂਦੀਆਂ ਨੇ। ਮੈਂ ਇਕੱਲਾ ਵੀ ਕੁਛ ਨਹੀਂ, ਤੇ ਜੇ ਹੁਣ ਅੱਲਾ ਵੀ ਆਏ ਉਹ ਵੀ ਕੁਛ ਨਹੀਂ। ਜੇ ਹੁਣ ਆਖਣਗੇ ਅੱਲਾ ਯਾਰ ਕਿਉਂ ਨਹੀਂ ਕੁਛ, ਉਹ ਤਾਂ ਸਭ ਕੁਛ ਹੈ। ਨਹੀਂ, ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦਾ ਇੱਕ ਮਾਈਟਰ ਹੈ, ਤੇ ਮਾਈਟਰ ਦੇ ਵਿੱਚ ਇੱਕ ਲਾਈਟਰ ਹੈ। ਇੱਕ ਲਾਈਟਰ ਹੈ ਲਿਖਣ ਵਾਲਾ, ਕਿਸੇ ਨੂੰ ਮੈਸੇਜ ਦੇਣਾ। ਇੱਕ ਲਾਈਟਰ ਹੈ ਚਵਾਤੀ, ਜਿਵੇਂ ਕੋਈ ਬੰਦਾ ਹੋਰ ਤੇ ਹੁੰਦਾ ਨਹੀਂ, ਉਹਨੇ ਹੋਰ ਤੇ ਨੰਗੇ ਜਾਣੇ, ਹੋਰ ਤੇ ਉਹਨੂੰ ਵਿਹਲਿਆਂ ਨੂੰ ਕੰਮ ਨਹੀਂ ਹੁੰਦਾ, ਉਹਨੇ ਚਵਾਤੀ ਲਾ ਦੇਣੀ। ਇੱਕ ਹੋਣਾ ਜਗਾ ਜਾਣਾ ਕਿਸੇ ਨੂੰ। ਕੌਮ ਦੇ ਸ਼ਹੀਦ ਭੌਰੇ ਵਾਂਗੂ ਹੁੰਦੇ ਨੇ, ਸਮਝਦੇ ਹੋ ਨਾ? ਇਸ ਤਰ੍ਹਾਂ ਵੀ ਜਿਹੜੇ ਇਸ ਰਾਹ ਤੇ ਤੁਰੇ ਨੇ ਜਾਂ ਉਹ ਤੋਰਦਾ, ਉਹਨਾਂ ਨੂੰ ਨਹੀਂ ਯਾਰ ਬਿਆਨ ਕੀਤਾ ਜਾਂਦਾ, ਉਹਨਾਂ ਨੂੰ ਨਹੀਂ ਅਸੀਂ ਕੁਛ ਦੱਸ ਸਕਦੇ, ਨਹੀਂ ਆਪਾਂ ਕੁਛ ਉਹਦਾ ਮਤਲਬ ਕੀ, ਉਹ ਕਵੀ ਦੀ ਕੀ ਕਲਪਨਾ, ਕਿੱਥੋਂ ਸ਼ੁਰੂ ਹੋਇਆ। ਹੁਣ ਉਹੀ ਗੱਲ ਵੀ ਸਮੁੰਦਰ ਨੂੰ ਕੀ ਦੱਸਾਂਗੇ? ਲੱਖਾਂ ਹੀ ਉਹ 'ਚ ਗੰਦ ਪੈਣ ਦਿਆ, ਲੱਖਾਂ ਹੀ ਉਹ 'ਚ ਨਦੀਆਂ ਤੇ ਦਰਿਆਵਾਂ, 5 ਧਰਤੀਆਂ ਦਾ ਉਹ ਪਾਣੀ ਪੈਣ ਦਿਆ, ਕੀ ਉਹਨੂੰ ਬਿਆਨ ਕਰਾਂਗੇ? ਇਸ ਕਰਕੇ ਜਿਹੜਾ ਕਵੀ ਤੇ ਸਮੁੰਦਰ, ਮੈਂ ਤੇ ਦੋਵਾਂ ਨੂੰ ਇੱਕੋ ਜਾਣਦਾ, ਹੋਵੇ ਸਹੀ। ਹਾਂ, ਨਹੀਂ ਤੇ ਅੱਜ ਕੱਲ੍ਹ ਉਹੀ ਗੱਲ ਵੀ ਜ਼ਿਆਦਾ ਚਾਰ ਕੁ ਲਾਈਨਾਂ ਜੁੜ ਗਈਆਂ, ਤੁਕਬੰਦੀ ਜੀ ਬਣ ਗਈ ਤੇ ਮਾੜਾ ਮੋਟਾ ਠੱਕੀਏ ਚੱਲ ਜਾਂਦਾ। ਤੇ ਅਸਲੀ ਜਿਹੜਾ ਰੂਪ ਹੈ ਨਾ ਤਰਾਸਣਾ, ਫਿਰ ਉੱਥੇ ਪੈਂਦਾ ਟੂ ਦਾ ਗੋ। ਇੱਕੋ ਹੀ ਆਉਂਦਾ ਵਿਜ਼ਨ ਜਿਹੜਾ ਹੈ, ਉਹ ਇੱਕੋ ਆਉਂਦਾ ਵੀ ਹੰਸ ਨੂੰ ਜੇ ਲੱਭਣਾ ਨਾ, ਸਮੁੰਦਰ ਦੇ ਕਿਨਾਰਿਆਂ ਨਾਲ ਤੇ ਛੱਲਾਂ ਨਾਲ ਤੇ ਗਹਿਰਾਈ ਨਾਲ ਟਾਕਰਾ ਕਰਨਾ ਪਵੇਗਾ, ਤੇ ਮਗਰਮੱਛਾਂ ਦਾ ਸਾਹਮਣਾ ਵੀ ਕਰਨਾ ਪੈਣਾ। ਤੁਸੀਂ ਗੱਲ ਕੀਤੀ ਸੀ ਪੜ੍ਹਾਈ ਦੀ, ਕਿ ਪੜ੍ਹ ਬਹੁਤ ਗਏ ਆ, ਦੁਨਿਆਵੀ ਪੜ੍ਹਾਈ ਤਾਂ ਹੈ ਹੀ ਹੈ, ਪਰ ਅਧਿਆਤਮਕ ਪੜ੍ਹਾਈ ਪਿੱਛੋਂ ਬਹੁਤ ਦੂਰ ਹੁੰਦੇ ਜਾ ਰਹੇ ਸੀ। ਸਾਡਾ ਵਿਰਸਾ ਹੈ ਨਾ, ਸਾਡੇ ਵਿਰਸੇ ਨੂੰ ਅਸੀਂ ਭੁੱਲ ਗਏ ਹਾਂ। ਅਸੀਂ ਆਪਣਾ ਖਾਣਾ ਪੀਣਾ ਨਹੀਂ ਸ਼ੁੱਧ ਰੱਖਿਆ। ਅਸੀਂ ਆਪਣਾ ਜਿਹੜਾ ਹੁਣ ਪਾਣੀਆਂ ਦੀ ਗੱਲ ਚੱਲਦੀ ਏ, ਧਰਤੀ ਦੀ ਗੱਲ ਚੱਲਦੀ ਏ, ਹਰ ਬੰਦੇ ਦੀ ਇੱਛਾ ਮੈਂ ਯਾਰ ਬਾਹਰ ਜਾਵਾਂ, ਮੈਨੂੰ ਕਰਨਾ ਕੁਛ ਨਾ ਪਵੇ, ਮੇਰੇ ਵਾਂਗੂ ਵਿਹਲੜ ਜਿਹੜਾ, ਉਹ ਮੈਨੂੰ ਕਰਨਾ ਨਾ ਪਵੇ, ਬਸ ਬੈਠੇ ਬਿਠਾਏ ਨੂੰ ਮੇਰਾ ਇਸ਼ਾਰਾ ਚੱਲੇ, ਉਂਗਲ ਚੱਲੇ। ਪਰ ਗੁਰੂ ਨਾਨਕ ਤੇ ਕਹਿੰਦਾ ਜਿੰਨੀ ਨਾਮ ਤੇ ਆਇਆ, ਹਾਂਜੀ, ਗਏ ਮਸਕਤ ਕਾਲ, ਨਾਨਕ ਤੇ ਉਜਲੇ ਕੀਤੀ ਛੁੱਟੀ ਨਾਲ। ਛੁੱਟੀ ਦਾ ਅਰਥ ਇਹੀ ਟਰਾਂਸਪੋਰਟ ਹੁੰਦੀ ਹੈ ਵੀ ਜਦੋਂ ਉਹ ਚੀਜ਼ ਨੂੰ ਅਸੀਂ ਗਾਈਡ ਕਰ ਲਿਆ, ਉਹ ਚੀਜ਼ ਨੂੰ ਚੁਣ ਲਿਆ, ਫਿਰ ਉੱਥੇ ਬਿਆਨ ਨਹੀਂ। ਤੁਹਾਨੂੰ ਇਤਿਹਾਸ ਲਿਖਣ ਦੀ ਲੋੜ ਨਹੀਂ। ਸਾਡੇ ਤੇ ਵੇਖੋ ਗੁਰੂ ਸਾਹਿਬ ਨੇ ਬੜਾ ਕੁਝ ਦਿੱਤਾ। ਕਿਤੇ ਹਰੀ ਸਿੰਘ ਨਲੂਏ ਤੇ ਸ਼ੇਰੇ ਪੰਜਾਬ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੀ, ਲਾਹੌਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਬੋਲਬਾਲਾ ਹੁੰਦਾ ਸੀ। ਅੱਬਲ ਤੇ ਗੋਵਾ ਗਜਨੀ ਵੀ ਟੱਪ ਜੋ ਗਾਂ ਹੀ, ਹੈ ਨਾ। ਅੱਜ ਉਹੀ ਚੀਜ਼ ਪਿੱਛੇ ਕਿਉਂ ਦੁਬਦਾ ਖੜੀ ਹੁੰਦੀ ਹੈ? ਕਿਉਂਕਿ ਅਸੀਂ ਮਾਲਕੀ, ਉਹ ਸਿੱਧੀ ਜੀ ਗੱਲ ਹੈ, ਅਸੀਂ ਆਪਣੀ ਜਿਹੜੀ ਦਾੜੀ ਹੈ ਨਾ, ਪਹਿਲਾਂ ਤੇ ਕਿਸੇ ਤੋਂ ਕਹਿੰਦਾ ਵੀ ਸਾਡੀ ਪੁੱਟ, ਹੁਣ ਅਗਲਾ ਕਹਿੰਦਾ ਲੈ ਮੇਰੇ 2 ਥੱਪੜ ਮਾਰ ਤੇ ਆਪ ਹੀ ਪੁੱਟ ਦੇ। ਸਾਡੀ ਸਥਿਤੀ ਇਹ ਹੋ ਗਈ ਹੈ ਕਿ ਅਸੀਂ ਆਪਣੇ ਆਪ ਨੂੰ ਨਾ ਸਮਝਿਆ ਨਹੀਂ, ਵਿਕਾਊ ਜਿਹੇ ਹੋ ਗਏ ਆ। ਜਿਵੇਂ ਬੰਦਾ ਕਹਿੰਦਾ ਨਹੀਂ ਯਾਰ, ਉਹੀ ਗੱਲ ਹੁੰਦੀ ਨਾ, ਇੱਕ ਵਕਤ ਦਾ ਮਾਰਿਆ, ਇੱਕ ਸਤਾਇਆ, ਇੱਕ ਕਰਨਾ ਚਾਹੁੰਦਾ, ਉਹਨੂੰ ਜਿਉਣ ਨਹੀਂ ਦਿੰਦੇ, ਜਾਂ ਫਿਰ ਉਹਦੀ ਥੋੜ੍ਹੀ ਜਿਹੀ ਉਹਦੇ ਪਿੱਛੇ ਉਹੋ ਜਿਹਾ ਉਹ ਟਾਰਚਰ ਲਾ ਦਿੰਦੇ ਨੇ ਵੀ ਇਹ ਯਾਰ ਕਿੱਥੋਂ ਬਿਲੋਂਗ ਕਰਦਾ।
ਸਮਝਦੇ ਹੋ ਨਾ। ਭੌਰਾ ਫੁੱਲ ਤੱਕ ਏ ਤੇ ਫੁੱਲ ਕਿਸੇ ਕਿਰਨ ਤੱਕ ਏ, ਤੇ ਕਿਰਨ ਕਿਤੇ ਉਹ ਸ਼ਕਤੀ ਤੱਕ ਏ ਜਿੱਥੇ ਅਸੀਂ ਉਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੇ ਮਤੇ ਨੇ, ਜਾਂ ਅੱਜ ਜੀਵਨ ਹਰ ਕੋਈ ਬੰਦਾ ਕਰਦਾ, ਪੰਜਾਬ ਦੇ ਮੁੱਦਿਆਂ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਜਾਂ ਹਰ ਚੀਜ਼ ਦੀ ਗੱਲ ਕਰਦਾ। ਸੀਨਾ ਕੌਣ ਚੌੜਾ ਕਰੇ ਯਾਰ, ਸਿੱਧਾ ਜੀ ਗੱਲ। ਮਰੇ ਕੌਣ? ਇਹ ਤੇ 4 ਪੁੱਤਰ ਉਹੀ ਵਾਰ ਗਿਆ ਸੀ, 7 ਜੀ ਉਹੀ ਕੁਰਬਾਨ ਕਰ ਗਿਆ ਸੀ ਜਿਹੜਾ ਕਹਿ ਸਕਦਾ ਹੀ ਨਹੀਂ ਕਿਰਪਾ ਸੇ ਸਜੇ ਹਮ। ਗੱਲ ਉੱਥੇ ਹੀ ਆਉਂਦੀ ਏ ਗੁੜੀਆ। ਇਹ ਚੀਜ਼ਾਂ ਨੂੰ ਸਮਝਣ ਵਾਸਤੇ ਨਾ, ਸਿੱਧੀ ਜੀ ਗੱਲ, ਜੂਸ ਪੀਤਾ ਨਾ ਹਰ ਚੀਜ਼ ਦਾ ਮਿਕਸ ਹੋਣਾ ਪੈਣਾ, ਉਹਦੇ ਵਿੱਚ ਉਹ ਵੜਨਾ ਪੈਣਾ, ਸਿਰ ਦੇਣਾ ਪੈਣਾ ਉਖਲੀ 'ਚ, ਫਿਰ ਗੱਲ ਦੀ ਉਹ ਇਬਾਦਤ ਹੁੰਦੀ ਏ। ਜਿਹੜਾ ਇਹ ਦਿਸ਼ਾ ਨੂੰ ਮੋੜਨਾ, ਜਾਂ ਕਲਮ ਨੂੰ ਮੋੜਨਾ, ਜਾਂ ਇਹ ਸਮਾਜ ਨੂੰ ਮੋੜਨਾ, ਹਾਰੀ ਸਾਰੀ ਦਾ ਵਸ ਨਹੀਂ। ਉਹ ਮੋੜੇ ਤੇ 1 ਸੈਕਿੰਡ ਵੀ ਬਹੁਤ ਵੱਡਾ। ਉਹ ਨਾ ਚਾਹਵੇ, ਗੁਰੂ ਕਿਰਪਾ ਕਰੇ, ਸਾਰੇ ਆਪਾਂ ਉਹਦੀ ਔਲਾਦ ਆ, ਉਹਦਾ ਬੀਜ ਆ, ਫਿਰ ਨਾ ਜਿੰਨੇ ਮਰਜ਼ੀ ਵਿਖਾਵੇ ਕਰੀ ਚਲੋ, ਉਹ ਨਹੀਂ ਸੁਣਦਾ ਕਿਸੇ ਦੀ। ਦੌੜ ਕਿਹਦੇ ਪਿੱਛੇ ਹੈ ਸਾਡੀ? ਕਦੋਂ ਮੁੱਕੇਗੀ ਇਹ ਦੌੜ? ਇਹ ਭੱਜ ਦੌੜ, ਇਹ ਟੀਚਾ ਕੀ ਹੈ ਸਾਡਾ? ਦੌੜ ਤੇ ਇਹੀ ਹੈ ਬਸ ਵੀ ਖਾਓ ਪੀਓ ਆਨੰਦ ਲਓ, ਤੇ ਬਾਕੀ ਉਹ ਸਿੱਧੀ ਜੀ ਗੱਲ ਹੈ, ਕਮਾਵੇ ਦੁਨੀਆ ਖਾਵਾਂਗੇ ਹਮ। ਵੀ ਹਰ ਬੰਦਾ, ਫਿਰ ਉਹ ਗੱਲ ਤੇ ਉੱਥੇ ਆਉਂਦੀ ਹੈ ਨਾ, ਹਰ ਬੰਦਾ ਨਾ ਕਿਸੇ ਕਿਸੇ ਨੂੰ ਉਹ ਮੋਢਾ ਲੱਭਦਾ। ਮੈਂ ਇਹ ਤੇ ਬਦੂਕ ਤਰ੍ਹਾਂ, ਤੁਸੀਂ ਵੇਖਿਆ ਨਾ ਸਮਾਜ 'ਚ ਪਿੱਛੇ ਕੀ ਹੋਇਆ, ਕਿੰਨੀ ਚਰਨਾਟ ਪਈ, ਕਿੰਨਾ ਇੱਕੋ ਦਮ ਜਲਵਾ ਉੱਠਿਆ। ਇਹ ਧਰਤੀ ਤੇ ਕੋਈ ਚੀਜ਼ ਨਸ਼ਟ ਨਹੀਂ ਹੁੰਦੀ। ਮੈਂ ਸੋਚਾਂਗਾ ਹੁਣ ਤੁਸੀਂ ਹੋ ਨਾ ਵੀ ਜਾਂ ਕੋਈ ਨਸ਼ਟ ਹੋ ਜਾਏਗੀ, ਨਹੀਂ, ਭੁਲੇਖਾ ਮੇਰਾ। ਕਿਉਂ? ਸਾਡੀ ਸੋਚ ਓਨੀ ਕੁ ਹੈ, ਸਾਡਾ ਨਜ਼ਰੀਆ ਉਹਨਾਂ ਕੁ ਬਣ ਗਿਆ। ਆ ਬੂਟਾ ਹੈ, ਮੈਂ ਆਖਾਂ ਯਾਰ ਸੁੱਕ ਗਿਆ, ਪੱਟ ਦੋ ਇਹਨੂੰ, ਨਹੀਂ ਮੇਰੀ ਬੇਵਕੂਫੀ ਹੈ। ਮੈਂ ਆਸ ਤੇ ਲਾਵਾਂ ਇੱਥੇ, ਮੈਂ ਇਹਨੂੰ ਪਾਣੀ ਤੇ ਪਾਵਾਂ, ਕਦੀ ਤੇ ਇਹਦੀ ਬਹਾਰ ਆਵੇਗੀ ਨਾ, ਕਦੀ ਤੇ ਜਾਗੇਗਾ ਨਾ। ਸਮਝਦੇ ਹੋ ਨਾ? ਇਸ ਤਰ੍ਹਾਂ ਵੀ ਅਸੀਂ ਜਿਹੜੀ ਸਾਡੀ ਜਰਨ ਸ਼ਕਤੀ ਹੈ ਨਾ, ਜਿਹੜੀ ਸਾਡਾ ਅੰਦਰ, ਜੋ ਸਾਡਾ ਜੀਵਨ ਦਾ ਅਸਲੀ ਮਨੋਰਥ ਸੀ, ਫਿਰ ਉਹੀ ਗੱਲ ਕਹਿੰਦੇ ਦੌੜ ਇੱਕ ਮਤਲਬ ਨਾ ਉਹ ਲੱਭਦੀ ਵੀ ਰੇਹੜੀ ਤੇ ਚੀਜ਼ ਪਈ ਏ, ਚੁੱਕ ਕੇ ਮੈਂ ਜੇਬ 'ਚ ਪਾ ਲਾਂ, ਬਸ ਦੌੜਾ ਹੋਵੇ। ਤੇ ਜੇ ਤੁਸੀਂ ਅਸਲ ਮੁੱਦੇ ਦੀ ਗੱਲ ਕਰਦੇ ਹੋ, ਹਰ ਬੰਦਾ ਹੀ 5-10 ਮਿੰਟਾਂ 'ਚ ਹੀਰੋ ਬਣਨਾ ਚਾਹੁੰਦਾ, ਤੇ ਜ਼ੀਰੋ ਕੋਈ ਵੀ ਨਹੀਂ ਬਣਨਾ ਚਾਹੁੰਦਾ। ਹੁਣ ਜ਼ੀਰੋ ਜਿਹੜਾ ਬਣ ਗਿਆ, ਕਦੀ ਜ਼ੀਰੋ 1 ਕੋਲ ਗਈ ਹੈ? ਦੱਸੋ ਪਹਿਲਾਂ। ਨਹੀਂ, ਕਰੋ ਕਿਰਪਾ, ਬੋਲੋ ਮਾੜਾ ਜਿਹਾ। ਜ਼ੀਰੋ ਗਈ ਕਦੀ? ਹੈਂ, ਨਹੀਂ ਗਈ ਨਾ। 1 ਨੂੰ ਲੋੜ ਪਈ ਜ਼ੀਰੋ ਦੀ। ਤੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੀ ਹੈ? ਉਹ ਜਿਵੇਂ ਉਹਨੇ ਗੱਲ ਕੀਤੀ, ਕਹਿੰਦਾ ਵੀ ਯਾਰ ਤੂੰ ਕਿਹਦਾ ਹੈ? ਉਹ ਕਹਿੰਦਾ ਮੈਂ ਫਲਾਣਾ ਫਲਾਣਾ। ਉਹਨੇ ਕਈ ਲਿਸਟਾਂ ਗਿਣਾਤੀਆਂ, ਮੰਨਦੇ ਹੋ ਨਾ? ਫਿਰ ਮਹਾਰਾਜ ਨੂੰ ਉਹ ਸਵਾਲ ਕਰਦੇ ਨੇ, ਕਹਿੰਦੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਜਿਵੇਂ ਆਪਾਂ ਕਹਿ ਦਈਏ ਹੈ ਨਾ, ਕਿੱਥੋਂ ਕਰਦੇ ਹੋ? ਮਹਾਰਾਜ ਕਹਿੰਦੇ ਵੀ 1 ਤੋਂ ਬਾਅਦ ਕੀ ਸੀ? ਕਹਿੰਦਾ 1 ਤੋਂ ਬਾਅਦ ਤੇ ਕੁਝ ਵੀ ਨਹੀਂ ਸੀ। ਕਹਿੰਦਾ ਬਸ ਉਹ 1 ਨਾਲ ਹੀ ਜੁੜੇ ਆ। ਕਹਿਣ ਦਾ ਭਾਵ ਹੈ ਅਸੀਂ ਸਾਰੇ 1 ਤੋਂ ਸ਼ੁਰੂ ਹੋਏ ਆ। ਮੰਨੀਏ ਨਾ ਮੰਨੀਏ, ਦਸਤਾਖੀ ਮਾਫ ਕਰਨਾ, ਗੁਰੂ ਕਿਰਪਾ ਕਰੇ। ਹਕੀਕਤ ਇਹੀ ਹੈ, ਆਉਣਾ ਸਾਰਿਆਂ ਨੂੰ ਖੋਤੀ ਵਾਂਗੂ ਬੋੜ ਥੱਲੇ ਹੀ ਹੈ। ਭਾਵੇਂ ਰੋਵੋ ਭਾਵੇਂ ਹੱਸੋ, ਅਸਲੀ ਤੁਹਾਡੇ ਸਪੀਰਸ ਦਾ, ਅਸਲੀ ਤੁਹਾਡੇ ਜਜ਼ਬਾਤਾਂ ਦਾ, ਤੇ ਅਸਲੀ ਤੁਹਾਡੇ ਮਾਈਟਰ ਦਾ ਉਦੋਂ ਹੀ ਪਤਾ ਲੱਗਣਾ ਜਦੋਂ ਤੁਸੀਂ ਕੁਛ ਇਸ ਜਹਾਨ ਨੂੰ ਕੁਛ ਦੇ ਕੇ ਅਲਵਿਦਾ ਕਹਿ ਗਏ। ਜਿਉਂਦਿਆਂ ਜੀ ਨਾ ਸੱਚ ਜਾਣੇ, ਫਿਰ ਉੱਥੇ ਆਉਂਦਾ ਮਾਂ ਪਿਓ ਦੀ ਸਮਝ ਨਹੀਂ ਆਉਂਦੀ, ਬੱਚਿਆਂ ਦੀ ਤੇ ਯਾਰ ਮਿੱਤਰ ਦੀ ਤੇ ਸੱਜਣਾ ਦੀ ਤੇ ਸੰਸਾਰ ਦੀ ਤੇ ਬੜੀ ਦੂਰ ਦੀ ਗੱਲ ਹੈ ਗੁੜੀਆ। ਇਸੇ ਤੋਂ ਮੈਨੂੰ ਯਾਦ ਆਇਆ, ਦੀਪ ਸਿੱਧੂ ਹੋਣ ਵਾਲਾ ਮੈਟਰ ਯਾਦ ਆਉਂਦਾ ਮੈਨੂੰ। ਉਹ ਵੀ ਤੇ ਇਹੀ ਕੁਝ ਹੋਇਆ। ਪਹਿਲਾਂ ਅਸੀਂ ਬਹੁਤ ਕੁਝ, ਸਾਡੇ ਇਹੀ ਸਮਾਜ ਦੇ ਲੋਕ ਉਹ 'ਤੇ ਉਂਗਲਾਂ ਚੱਕਦੇ ਸੀ, ਗਦਾਰ ਤੱਕ। ਔਰ ਜਦੋਂ ਅਲਵਿਦਾ ਕਹਿੰਦਾ ਹੈ ਤਾਂ ਉਹੀ ਦੀਪ ਸਿੱਧੂ ਲਈ ਅੱਜ 5 ਲੱਖ ਦਾ ਇਕੱਠ ਹੁੰਦਾ ਹੈ। ਅਸਲ ਨਾਲ ਉਹਨੂੰ ਸਮਝ ਨਹੀਂ ਪਾਇਆ ਕੋਈ। ਫਿਰ ਗੱਲ ਤੇ ਉੱਥੇ ਹੀ ਆ ਗਈ ਨਾ, ਸਮੁੰਦਰ ਨੂੰ ਅਸੀਂ ਕੀ ਬਿਆਨ ਕਰਾਂਗੇ? ਅਸੀਂ ਜਦੋਂ ਵੀ ਕੋਈ ਕੱਛੂ ਵੇਖਿਆ ਨਾ, ਉਹਨੂੰ ਮਾੜਾ ਜਿਹਾ ਛੇੜੋ ਅੰਦਰ ਵੜ ਜਾਂਦਾ। ਕਿੱਡਾ ਬੰਦਾ ਸੀ ਉਹ ਸਟਰੋਂਗ, ਲਰਜਰੀ ਲੈਣ ਕੋ ਛੱਡ ਸਕਦਾ? ਡਾਟਾ ਉਹੀ ਗੱਲਾਂ ਦਾ ਦੁਬਾਰਾ ਹੀ ਆਉਂਦੇ ਆ ਨਾ। ਕਿਹੜਾ ਕਹਿੰਦਾ ਯਾਰ ਮੈਂ ਆਪਣੇ ਘਰ ਨੂੰ ਛੱਡਾਂ? ਉਹੀ ਗੱਲ ਹੈ ਵੀ ਵੇਚੀ ਛੱਡੀ ਤੇ ਪਿੰਡ ਵਾਲੀ ਰੂੜੀ ਨਹੀਂ ਜਾਂਦੀ। ਕੋਈ ਐਡਾ ਕੋਈ ਲਾ ਲਓ, ਕੋਈ ਬੂਟਾ ਹੀ ਲਾਇਆ ਹੋਵੇ, ਉਹ ਹੌਂਦ ਜਗਾ ਦਿੰਦਾ, ਯਾਰ ਮੇਰਾ ਲਾਇਆ, ਮੇਰੇ ਵੱਡ ਵਡੇਰਿਆਂ ਨੇ ਲਾਇਆ। ਲੜਾਈ ਸਾਰੀ ਹੌਂਦ ਦੀ ਏ। ਉਸ ਬੰਦੇ ਨੇ ਯਾਰ
ਕੀ ਬਿਆਨ ਕਰਾਂ। ਉਸ ਬੰਦੇ ਨੇ ਆਪਣਾ ਇਸ ਧਰਤੀ ਵਾਸਤੇ ਹੀ ਸਾਰਾ ਕੁਝ ਵਾਰਤਾ। ਤੇ ਮੈਂ ਤਾਂ ਇਹੀ ਗੱਲ ਕਹਾਂਗਾ, ਜਿੰਨਾ ਕਿਸੇ ਨੂੰ ਕੋਈ ਰਵਾਉਂਦਾ ਨਾ, ਸਤਾਉਂਦਾ, ਫਿਰ ਉਹ ਜਿਉਣ ਜੋਗਾ ਨਹੀਂ ਰਹਿੰਦਾ। ਫਿਰ ਉਹ ਤੇ ਅਮਰ ਹੋ ਜਾਂਦਾ। ਉਹ ਤੇ ਆਪਣੇ ਜਿਹੜੇ ਵਰਕੇ ਨੇ, ਪੰਨਿਆਂ ਦੇ ਜਿਹੜੇ ਉਹ ਲੇਖਰ ਨੇ, ਉਹ ਪੈੜਾਂ ਛੱਡ ਜਾਂਦਾ, ਬੀਜ ਖਿਲਾਰ ਕੇ। ਛੱਟਾ ਹੀ ਖਿਲਾਰ ਗਿਆ ਉਹ। ਤੇ ਨਾਲੇ ਫਿਰ ਵੀ ਬਚਨ ਪਹਿਲਾਂ ਹੀ ਕੀਤਾ ਸੀ ਬਈ ਜਿਹੜਾ ਯੋਧਾ ਹੁੰਦਾ ਨਾ, ਜਾਂ ਜਿਸ ਨੇ ਗੁਰੂ ਸਾਹਿਬ ਨੇ ਸੇਵਾ ਲੈਣੀ ਹੈ। ਅਨੰਦਪੁਰ ਸਾਹਿਬ ਦਾ ਇੱਕ ਵਿਸ਼ਾ ਹੈ, ਉੱਥੇ ਮੇਰੇ ਵਾਂਗੂ ਇੱਕ ਦੁਨੀ ਚੰਦ ਵੀ ਰਹਿੰਦਾ ਸੀ ਨਾ। ਤੇ ਮਹਾਰਾਜ ਉਹਨੂੰ ਨਾ ਰੋਜ਼ ਥਾਪੀਆਂ ਦੇਣ ਕਰਨਾ, ਤੇ ਸੰਗਤ ਦੇ ਵਿੱਚ ਉਹਦਾ ਮਾਣ ਤਾਣ ਵਧਾਉਣ। ਕਈ ਬੰਦਿਆਂ ਦਾ ਅੱਜ ਵੀ ਵਿਸ਼ਾ ਚੱਲਦਾ, ਕਿਉਂਕਿ ਅਸੀਂ ਇਹੀ ਚੀਜ਼ਾਂ ਜੋਗੇ ਰਹਿ ਗਏ ਹਾਂ ਵੀ ਸਾਡੀ ਯਾਰ ਪਬਲਿਕਸਿਟੀ ਕਿਉਂ ਨਹੀਂ ਹੁੰਦੀ, ਸਾਡੀ ਰਿਸਪੈਕਟ ਕਿਉਂ ਨਹੀਂ ਹੁੰਦੀ, ਹੈ ਨਾ। ਤੇ ਮਹਾਰਾਜ ਨਾਲ ਰੋਜ਼ ਆਖਣ ਕਰਨ ਦੇ, ਜਦੋਂ ਪਹਾੜੀ ਰਾਜੇ ਨਾਲ ਨਗਾਰਾ ਵਜਾਉਣ ਕਰਨ ਜਾਂ ਤੋਹਫਾਂ ਛੱਡਣ ਕਰਨਾ, ਤੇ ਮਹਾਰਾਜ ਨੇ ਇੱਕ ਰਣਜੀਤ ਨਗਾਰਾ ਲਿਆਂਦਾ, ਹੈ ਨਾ। ਗਗਨ ਉਹ 12:13 ਤੇ ਅੰਮ੍ਰਿਤ ਵੇਲੇ ਜਦੋਂ ਛੱਡਿਆ ਤੇ ਗਗਨ ਗੂੰਜਿਆ। ਤੇ ਉਹ ਦੁਨੀ ਚੰਦ ਨੂੰ ਰੋਜ਼ ਮੈਸੇਜ ਵਧੀਆ ਮਿਲਣ ਕਰਨਾ। ਤੇ ਉਹ ਕਹਿੰਦੇ ਵੀ ਸਾਡਾ ਵੇਖੋ ਹਾਥੀ, ਜੇ ਦੁਨੀ ਚੰਦ ਕੋਲ, ਉਹ ਵੀ ਦੁਨੀ ਚੰਦ ਸੀ, ਪਹਾੜੀ ਆ ਦੁਨੀ ਚੰਦ, ਹੈ ਨਾ। ਉਹ ਕਹਿੰਦੇ ਵੀ ਜੇ ਉਹਦੇ ਕੋਲ ਹਜ਼ਾਰਾਂ ਫੌਜਾਂ ਨੇ, ਸਾਡਾ ਤਾਂ ਇੱਕੋ ਹੀ ਏ। ਅੰਦਰ ਸੋਚੇ ਕਰੇ ਵੀ ਯਾਰ ਮੈਨੂੰ ਤੇ ਮਹਾਰਾਜ ਮਰਵਾਉਣਗੇ, ਵੀ ਮੈਂ ਤੇ ਫਸ ਗਿਆ, ਕਿਸੇ ਕਸੂਤਾ ਫਸ ਗਿਆ। ਹਕੀਕਤ ਕੀ ਬਿਆਨ ਕਰਦੀ ਏ। ਗੁਰੂ ਕਈ ਵਾਰੀ ਨਾ ਕਿਸੇ ਨੂੰ ਅਹੁਦਾ ਬੜਾ ਉੱਚਾ ਦੇ ਦਿੰਦਾ। ਵੇਲ ਵੇਖੀਏ ਨਾ, ਫੁੱਲਾਂ ਵਾਲੀ ਬੜੀ ਚੜ੍ਹਦੀ ਹੈ ਨਾ, ਤੇ ਕਈ ਵਾਰੀ ਉਹਦੇ ਜੜ੍ਹਾਂ 'ਚ ਹੀ ਸਿਉਂਕ ਪੈ ਜਾਂਦੀ, ਉੱਤੇ ਫਿਰ ਉਹ ਖਲੋਤੀ ਹੋ ਰਹਿ ਜਾਂਦੀ ਹੈ। ਕਹਿਣ ਦਾ ਭਾਵ ਏ, ਜਿਹੜਾ ਗੁਰੂ ਅਕਾਲ ਪੁਰਖ ਹੈ ਨਾ, ਉਹਨੇ ਨਹੀਂ ਵੇਖਣਾ ਕਲੈਕਟਰਲੈਸ, ਉਹਨੇ ਨਹੀਂ ਵੇਖਣਾ ਵੀ ਤੇਰਾ ਜੀਵਨ ਕੀ ਹੈ, ਉਹਨੇ ਨਹੀਂ ਵੇਖਣਾ ਤੂੰ ਹੈ ਕੌਣ ਹੈ। ਉਹਨੇ ਇਹੀ ਵੇਖਣਾ ਵੀ ਤੂੰ ਮੇਰੇ ਦਰ ਤੇ ਡਿੱਗ ਗਿਆ। ਬਸ ਰੌਲਾ ਹੀ ਇੰਨਾ ਹੈ ਕਿ ਜਦੋਂ ਅਸੀਂ ਆਪਣੀ ਹੋਂਦ ਨੂੰ ਮੁਕਾਲਾਂਗੇ, ਆਪਣੇ ਉਹ ਜੀਵਨ ਤੋਂ ਵੱਡਾਪਣ ਅਬਾਪਣ ਜਾਂ ਖਤਮ ਕਰ ਦਾਂਗੇ, ਫਿਰ ਉਹੀ ਗੱਲ ਬਣ ਜਾਂਦੀ, ਤੇਰਾ ਤੁਝ ਕੋ ਕਿਆ ਲਾਗੇ, ਹੈ ਨਾ। ਸਮਝਦੇ ਹੋ ਨਾ ਵੀ ਉਹ ਚੀਜ਼ ਨੂੰ ਅਰਪਣਾ ਹੀ ਔਖਾ। ਦੀਪ ਸਿੱਧੂ ਜਿੱਥੋਂ ਤੱਕ, ਚਲੋ ਬਾਈ ਜੀ ਨਾਲ ਅੰਦੋਲਨ 'ਚ ਹੀ ਮੇਰੀ 2 ਵਾਰੀ ਮੁਲਾਕਾਤ ਹੋਈ ਸੀ। ਇੱਥੇ ਇੱਕ ਮਿੱਤਰ ਨੇ, ਉਹ ਲੈ ਕੇ ਗਏ, ਇੱਕ ਤੁਹਾਨੂੰ ਜ਼ਿਕਰ ਕੀਤਾ, ਉਹ ਸੁੱਖ ਜਗਰਾਉਂ ਸੀ ਮੁੰਡਾ, ਹੈ ਨਾ, ਜਿਹੜਾ ਸਿੰਘ ਸੀ। ਤੇ ਇੱਕ ਵਾਰੀ ਮੈਨੂੰ ਬਾਈ ਕਹਿੰਦਾ ਵੀ ਅਸੀਂ ਉੱਥੇ, ਤੁਹਾਨੂੰ ਮੈਂ ਦੱਸਿਆ ਵੀ ਥੋੜ੍ਹਾ ਚਿਰ ਸਮਾਂ ਮਿਲਿਆ ਜਾਪ ਦਾ, ਜਿਵੇਂ, ਕਿਉਂਕਿ ਆਪ ਜੀ ਨੂੰ ਪਤਾ ਸੀ ਉੱਥੇ ਪੈਰ ਤਿਲ ਛੁੱਟਣ ਨੂੰ ਥਾਂ ਨਹੀਂ ਸੀ। ਜਦੋਂ ਅੰਦੋਲਨ ਦੇ ਟਾਈਮ ਕਿਹੜਾ ਇਨਸਾਨ ਨੇ ਯੋਗਦਾਨ ਨਹੀਂ ਪਾਇਆ, ਹੈ ਨਾ, ਕਿਹੜੀ ਰੂਹ ਨੇ ਨਹੀਂ ਪਾਇਆ। ਜੇ ਉਹਦੀ ਸ਼ਹਾਦਤ ਵੱਲ ਤੇ ਉਹਦੀ ਜਿੱਤ ਵੱਲ ਵੇਖੀਏ, ਮੈਂ ਤੇ ਉਹੀ ਸਮਝਾਂਗਾ ਵੀ ਜਿਵੇਂ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਘੱਲਿਆ ਸੀ ਨਾ। ਬਸ ਹੁਣ ਕਿੰਨੇ ਨਾਂ ਦੇਵਾਂ ਉਹਨੂੰ ਯਾਰ, ਸ਼ਾਇਦ ਮੇਰੇ ਪੰਨੇ ਮੁੱਕ ਜਾਣਗੇ। ਇਹ ਸ਼ਹੀਦਾਂ ਵਾਸਤੇ, ਇਹ ਯੋਧਿਆਂ ਵਾਸਤੇ ਯਾਰ, ਤੁਹਾਡੇ ਕੋਲ ਹੀ ਲਫ਼ਜ਼ ਨਹੀਂ ਤੇ ਮੇਰੇ ਕੋਲ ਲਫ਼ਜ਼ ਨਹੀਂ। ਉਹ ਜਿਹੜਾ ਜੀਵਨ ਜੋ ਕੁਛ ਕਰ ਗਿਆ, ਪਰ ਜਿਹੜਾ ਇਹ ਭੌਰਾ ਤੇ ਸਗਾਂਦੇ ਸਾਡੇ ਲੋਕਾਂ ਦੀ ਫਿਤਰਤ ਬਣ ਗਈ। ਉਹ ਕਹਿੰਦਾ ਸੀ ਨਾ, ਕਹਿੰਦਾ ਯਾਰ ਤੁਸੀਂ ਬਰਸੀਆਂ ਤੇ ਇੱਕ ਦੂਜੇ ਬੁੱਤ ਪੂਜਣ ਵਾਲੇ ਹੀ ਹੋ, ਤੁਸੀਂ ਜਿਉਂਦਿਆਂ ਜੀ ਦੀ ਨਹੀਂ ਕਦਰ ਪਾ ਸਕਦੇ। ਤੇ ਹਕੀਕਤ ਸੱਚ ਏ, ਅਸੀਂ ਨਾ ਜਿਹੜੀ ਕੋਲ ਚੀਜ਼ ਹੁੰਦੀ ਏ, ਉਹਦੀ ਅਸੀਂ ਕਦਰਦਾਨ ਨਹੀਂ। ਮਰਿਆਂ ਬਾਅਦ ਫਿਰ ਉਹ ਹੈਡਲਾਈਟ ਚਾਹੀਦੀ ਹੈ। ਹੁਣ ਤੁਸੀਂ ਵੀ ਚੈਨਲ ਵਾਲੇ ਕਿਹੜਾ ਘੱਟ ਹੋ, ਹਰ ਚੀਜ਼ ਹੈਡਲਾਈਟ ਚਾਹੀਦੀ ਯਾਰ, ਹੁਣ ਮੇਰੇ ਵਿਊ ਵਧਣਗੇ, ਮੇਰਾ ਇਹ ਚੱਲੇਗਾ। ਜਦੋਂ ਬੰਦਾ ਨਜ਼ਦੀਕ ਹੁੰਦਾ, ਉਹ ਚੀਜ਼ ਨੂੰ ਅਸੀਂ ਕਦਰਦਾਨ ਨਹੀਂ ਬਣਦੇ। ਕਿਉਂ? ਕਿਉਂਕਿ ਸਾਨੂੰ ਉਹ ਚੀਜ਼ ਦਾ, ਅਸੀਂ ਉਹ ਚੀਜ਼ ਦਾ ਪੈਂਡਾ ਹੀ ਨਹੀਂ ਤੈਅ ਕੀਤਾ। ਇਸ ਤਰ੍ਹਾਂ ਮੈਡਮ ਵੀ ਹਰ ਚੀਜ਼ ਨੂੰ ਪਰਖਣਾ, ਹਰ ਚੀਜ਼ ਨੂੰ ਵਰਤਣਾ, ਤੇ ਦਿਮਾਗ ਨੂੰ ਖਰਚਣਾ, ਤੇ ਉਹਦੀ ਕਿਰਪਾ ਨਾਲ ਚੱਲਣਾ। ਉਹ ਚਲਾਵੇ ਤੇ ਸਭ ਉਹਦੀ ਦਾਤ ਹੈ। ਦੀਪ ਸਿੱਧੂ ਜਿਹੜਾ ਸੀ ਨਾ, ਉਹ ਜੇ ਹੁਣ ਸੋਚਿਆ ਜਾਵੇ, ਮੈਂ ਬੰਬੇ ਰਿਹਾ ਹਾਂ ਨਾ ਥੋੜ੍ਹਾ ਸਮਾਂ, ਫਿਲਮ ਲੈਣ ਵਾਲਿਆਂ ਦੀ ਜ਼ਿੰਦਗੀ ਕੀ ਹੁੰਦੀ ਹੈ? ਕੁਛ ਵੀ ਨਹੀਂ ਨਾ ਹੁੰਦੀ। ਸਿੱਧੀ ਪੰਜਾਬੀ 'ਚ ਆਖੀਏ, ਆਰਟਿਸਟ ਇੱਕ ਬੰਦੇ ਨੂੰ ਇੱਕ ਨਗਮਾ ਦਿੰਦੇ ਨੇ। ਜਦੋਂ ਬੰਦਾ ਆਰਟਿਸਟ ਦੇ ਵਿੱਚ, ਉਸ ਫਿਲਮ ਵਾਲਿਆਂ ਦੇ ਵਿੱਚ ਉਹ ਚੀਜ਼ ਨਾਲ ਵਿਚਰਦਾ, ਅਗਲਾ ਕਹਿੰਦਾ ਇਹਦੇ ਨਾਲ ਤਾਂ ਪਿੰਡ ਵਾਲਾ ਛੱਪੜ ਹੀ ਠੀਕ ਹੈ। ਹੁਣ ਗੱਲ ਹਕੀਕਤ, ਜਿਹੜੀ ਹਕੀਕਤ ਹੈ, ਕਿਉਂ? ਜੇ ਹੁਣ ਸੰਤ ਜਰਨੈਲ ਸਿੰਘ ਦੀ ਹੁਣ ਕਈ ਵੇਖਿਆ ਨਾ ਵਿੱਚ ਤੋਲਣਾ ਕਰਦੇ ਨੇ ਉਹਦੇ ਨਾਲ, ਹੈ ਨਾ, ਫਿਰ ਉਹੀ ਬਚਨ ਕੀਤਾ ਨਾ, ਪਿਓ ਪਿਓ ਹੀ ਹੁੰਦਾ ਕਿ ਪੁੱਤਰ, ਹਾਂਜੀ ਪੋਤੀ ਹੁੰਦਾ ਨਾ। ਹਰ ਚੀਜ਼ ਦਾ ਇੱਕ ਲੇਵਲ ਆ, ਸਟੈਪ ਨੇ। ਤੁਸੀਂ ਇਹ ਥੱਲੇ ਵਾਲੇ ਸਟੈਪ ਨੂੰ ਉੱਤੇ ਕਿਵੇਂ ਚਾੜ ਲਓਗੇ? ਨਹੀਂ ਚਾੜ ਸਕਦੇ। ਫਿਰ ਤੋਂ ਤੁਹਾਡਾ ਉਹ ਮਤਲਬ ਇਹ ਹੋ ਗਿਆ ਵੀ ਪੰਜਾਬੀ 'ਚ ਕਹਿ ਲਓ ਵੀ ਬੇਕੂਫੀ ਦੇ ਕੋਈ ਸਿਰ ਮੂੰਹ 'ਤੇ ਨਹੀਂ ਹੁੰਦੇ, ਉਹ ਟੱਕਰਾਂ ਹੀ ਲੈਂਦੇ ਨੇ। ਮੂਰਖ ਮਹਾਰਾਜ ਦੀ ਗੁਰਬਾਣੀ ਵੀ ਕਹਿੰਦੀ ਏ, ਮੂਰਖ ਨਾ ਕਿਆ ਲੂਝੀਏ, ਹੈ ਨਾ।
ਹੁਣ ਉਹ ਚੀਜ਼ ਜਿਹੜਾ ਨਗਮਾ ਉਸ ਬੰਦੇ ਨੇ ਪੈਦਾ ਕੀਤਾ, ਆਪਣੀ ਸਾਰੀ ਯਾਰ ਜ਼ਿੰਦਗੀ ਉਹਨੇ ਕਰੋੜਾਂਪਤੀ ਸੀ ਹਨਾ, ਕਿੱਡੀਆਂ ਲਰਜ਼ਰੀਆਂ ਗੱਡੀਆਂ 'ਚ ਰਹਿਣ ਵਾਲਾ ਬੰਦਾ, ਤੇ ਅਸੀਂ ਉਹਨੂੰ ਗਦਾਰ ਦਾ ਸਰਟੀਫਿਕੇਟ ਮਿੰਟ 'ਚ ਲਿਖ ਕੇ ਦੇ ਦਿੱਤਾ। ਉਹਨੂੰ ਕਹਿ ਦਿੱਤਾ ਯਾਰ ਇਹ ਬੰਦਾ ਸਾਨੂੰ ਇਹ ਢਾਲ ਲਾਉਣ ਵਾਲਾ। ਤੇ ਜਦੋਂ ਸ਼ੰਭੂ ਮੋਰਚੇ 'ਚ ਪਹਿਲੀ ਵਾਰੀ ਗਿਆ ਤੇ ਅੱਗੇ ਹੱਲਾਸ਼ੇਰੀ ਕਿਹਦੀ ਸੀ ਦੱਸ, ਸਮਝਦੇ ਹੋ ਨਾ? ਉਹ ਪਹਿਲਾਂ ਕਿਉਂ ਨਹੀਂ ਪਤਾ ਲੱਗਾ? ਹੁਣ ਫੇਸਬੁੱਕ ਕੇ ਚੈਨਲ ਨੇ ਭਰੇ ਨੇ ਦੀਪ 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 ਦੀਪ, ਪਹਿਲਾਂ ਕਿਉਂ ਨਹੀਂ ਦੀਪ ਦਿਸਿਆ? ਕਿਉਂਕਿ ਉਹ ਵਿਸਿਆ ਹੀ ਨਹੀਂ। ਤੇ ਅਸੀਂ ਉੱਤੇ ਭਰੋਸਾ ਤਾਂ ਜਿਹੜਾ ਉਹ ਸਾਡਾ ਵਿਸ਼ਵਾਸ ਦਾ ਸੀ, ਕਹਾਣ ਕਰਨ ਦੇ ਸਾਂ ਸਾਡਾ, ਤੇ ਉਹ ਗੱਲ ਹੈ ਵੀ ਅੰਨੀ ਪੀਵੇ ਫਿਰ ਉਹ ਸ਼ਬਦਾਵਲੀ ਨਿਕਲਦੀ ਏ, ਅੰਨੀ ਪੀਵੇ ਤੇ ਕੁੱਤਾ ਚੱਟੇ। ਸਾਡੀ ਜ਼ਿੰਦਗੀ ਦਾ ਸੁਭਾਅ, ਸਾਡੀ ਜ਼ਿੰਦਗੀ ਦਾ ਵਿਰਸਾ ਇਹੋ ਜਿਹਾ ਬਣ ਗਿਆ ਕਿ ਅਸੀਂ ਨਾ ਬਸ ਯਾਰ ਸਭ ਕੁਝ ਹੁੰਦਿਆਂ ਵੀ ਆਪ ਖਤਮ ਜੇ ਹੋ ਗਏ ਆ। ਇਹਨੂੰ ਤੁਸੀਂ ਦੇਖਦੇ ਕਿਵੇਂ ਹੋ? ਸਾਜ਼ਿਸ਼, ਕਤਲ, ਹਾਦਸਾ? ਵੇਖੋ ਫਿਰ ਉਹੀ ਗੱਲ ਕਹੋਗੇ ਨਾ, ਕੋਈ ਫਿਲਮ ਹੈ ਬਿਨਾਂ ਟੀਮ ਤੋਂ ਤਾਂ ਬਣੀ ਨਹੀਂ। ਕੋਈ ਵੀ ਚੀਜ਼ ਮਰਡਰ ਲਾ ਲਓ, ਕਤਲ ਲਾ ਲਓ, ਮੰਨ ਲਓ ਤੁਸੀਂ ਕੱਲ੍ਹ ਨੂੰ ਮੇਰੇ ਤੇ ਵੀ ਤੁੱਕਾ ਲਾ ਸਕਦੇ ਹੋ, ਕੱਲ੍ਹ ਨੂੰ ਉਹੋ ਜਿਹੀ ਕੋਈ ਪੁਆਇੰਟ ਫੜਿਆ ਜਾਏ ਯਾਰ ਉਦੋਂ ਤਾਂ ਬੜੀਆਂ ਕੁਦਰਤ ਦੀਆਂ ਗੱਲਾਂ ਕਰਦਾ ਸੀ, ਉਦੋਂ ਬੜਾ ਸੱਚ ਜਿਹਾ ਬੋਲਦਾ ਸੀ। ਪਰ ਇਹ ਕੀ ਹੈ, ਅਸੀਂ ਹਰ ਚੀਜ਼ ਨੂੰ ਹਰ ਰੇਤ ਤੋਂ ਤੇ ਜ਼ਿਮੀਂਦਾਰ ਦੇ ਖੇਤ ਤੋਂ ਤੇ ਫੱਗਣ ਤੇ ਹਾੜ ਤੇ ਪਛੇਤ ਤੋਂ ਨਹੀਂ ਪਤਾ ਲੱਗਦਾ। ਜਿੰਨੇ ਗਰਮੀਆਂ ਦੀਆਂ ਧੁੱਪਾਂ ਛਾਵਾਂ ਆਪਣੀ ਜ਼ਿੰਦਗੀ ਤੇ ਸਾਰਾ ਜੀਵਨ ਹੰਢਾਇਆ ਨਾ, ਉਹਨੂੰ ਤੁਸੀਂ ਨਹੀਂ ਬਿਆਨ ਕਰ ਸਕਦੇ ਹਨਾ। ਉਹ ਬੰਦੇ ਦਾ ਸਟਰਗਲ ਕਿੰਨਾ ਸੀ। ਹੁਣ ਕਿੰਨੀਆਂ ਉਹਦੀਆਂ ਜਿਹੜੀਆਂ ਵੀਡੀਓ ਵੇਖੋ ਕਿੰਨੀਆਂ ਉਹ ਵਾਇਰਲ ਹੋਈਆਂ ਨੇ, ਜਿਹੜੇ ਨਹੀਂ ਉਹ ਕੰਮ ਉਹ ਛਪਾਉਣਾ, ਉਹ ਆਪਣੇ ਆਪ ਨੂੰ ਵਿਖਾਉਣਾ ਨਹੀਂ ਚਾਹੁੰਦਾ ਸੀ। ਬਾਅਦ 'ਚ ਤੂੰ ਹੀ ਮੈਂ ਕੱਪੜੇ ਪਾੜੇ ਨੇ ਨਾ। ਮੰਨ ਲਓ ਇੱਕ ਬੰਦਾ ਕਹਿੰਦਾ ਵੀ ਪਰਦਾ ਢੱਕ ਯਾਰ, ਕੋਈ ਨਹੀਂ ਗੰਦਾ, ਕੋਈ ਗੱਲ ਨਹੀਂ, ਤੇ ਉਹ ਆਪਣਾ ਹੀ ਕਹਿੰਦਾ ਕੋਈ ਨਹੀਂ ਇਹਦੇ ਨਾਂ 'ਤੇ ਆਪਣਾ ਕੰਮ ਚੱਲੇਗਾ। ਕਹਿਣ ਦਾ ਭਾਵ ਏ ਫਿਰ ਉੱਥੇ ਆ ਜਾਂਦਾ ਵੀ ਇਹ ਜਿਹੜੀ ਦੁਨੀਆ ਹੈ ਨਾ, ਇਹ ਗੁਣੀਆਂ। ਉਹ ਮਿਸਤਰੀ ਲੱਗੇ ਨੇ ਨਾ, ਉਹਨਾਂ ਕੋਲ ਗੁਣੀਆਂ। ਕੱਲ੍ਹ ਇੱਕ ਭਜਨ ਪਰਸੋਂ ਹੁੰਦਿਆ ਸੀ, ਮੇਰੇ ਦਿਮਾਗ 'ਚ ਆ ਗਿਆ, ਦਿਮਾਗ ਉਹਦਾ ਹੀ ਏ। ਉਹ ਗੁਣੀਆਂ ਨੂੰ ਉੱਥੇ ਨਾ ਤ੍ਰਿਕੋਣ 'ਚ ਸੀ, ਉਹ ਜਾਲੀ ਸੈੱਟ ਨਹੀਂ ਹੁੰਦੀ, ਤੇ ਉਹ ਮੈਂ ਸੋਚਿਆ ਵੀ ਇਹ ਡਾਟਾ ਕਿਵੇਂ ਦਾ, ਕੁਦਰਤ ਨੇ ਕੀ ਖੇਡ ਵਰਤਾਈ। ਮੈਂ ਕਿਹਾ ਵੀ ਮੇਰਾ ਵੀਰ ਮਿਸਤਰੀ ਵੀ ਇਹ ਗੁਣੀਆਂ ਹੈ, ਇਹ ਟੇਢੇ ਥਾਂ ਤੋਂ ਵੀ ਸੈਂਟਰ ਕੱਢ ਦਿੰਦਾ, ਤੇ ਇੱਕ ਦੁਨੀਆ ਉਹ ਵੀ ਟੇਢੇ ਥਾਂ ਤੋਂ ਵੀ ਸੈਂਟਰ ਕੱਢ ਦਿੰਦੀ। ਚਾਰ ਬੰਦੇ ਕਿਸੇ ਨਾਲ ਜੁੜ ਜਾਣ, ਵਿਊ ਵੱਧ ਜਾਣ, ਕੋਈ ਚੀਜ਼ ਦਾ ਇੱਕ ਹਲਕਾ ਹੋਏ, ਅਗਲਾ ਕਹਿੰਦਾ ਵਾਹ ਇਹ ਬੰਦਾ ਵਾਕਿਆ ਸੱਚਾ, ਬੜੀ ਯਾਰ ਪਬਲਿਸਿਟੀ ਹੈ, ਬੜਾ ਇਹਦਾ ਬੋਲਬਾਲਾ। ਪਰ ਨਹੀਂ, ਜਦੋਂ ਗੁਰੂ ਨਾਨਕ ਚੱਲਿਆ ਸਿਰਫ ਜੀਵਨ ਸਾਥੀ ਕਾਰ ਵਿਹਾਰ ਜ਼ਿੰਦਗੀ ਦਾ ਥੋੜ੍ਹਾ ਜਿਹਾ ਸਮਰਾਇਆ ਆਪਣਾ ਪੈਦਲ ਕੀਤਾ, ਕਹਿੰਦਾ ਮਾਤਾ ਮੇਰੀ ਮੰਜ਼ਿਲ ਕੋਈ ਹੋਰ ਹੈ। ਸਮਝਦੇ ਹੋ ਨਾ? ਅਸਲੀ ਜੀਵਨ ਸਾਥੀ ਉਹਦੇ ਫਿਰ ਕਿਹੜੇ ਚੁਣੇ? ਇੱਕ ਮਰਦਾਨਾ ਤੇ ਦੂਜਾ ਬਾਲਾ। ਸਾਡੇ ਇਤਿਹਾਸ ਨੂੰ ਅਸੀਂ ਆਪ ਖਤਮ ਕਰਦੇ ਹਾਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਆਪਾਂ ਕਹਿ ਦਈਏ ਯਾਰ ਸਾਡਾ ਵਿਰਸਾ ਨਹੀਂ ਰਿਹਾ, ਅਸੀਂ ਜਦੋਂ ਆਪ ਹੀ ਨਹੀਂ ਰਹੇ, ਜਦੋਂ ਵੇਖੋ ਜਿਹੜੇ ਹੁਣ ਚੈਨਲ ਦਾ ਮਾਲਕ ਹੀ ਨਹੀਂ ਰਿਹਾ, ਤੁਸੀਂ ਕਿਹਦੇ ਵਿਚਾਰੇ ਹੋ? ਤੁਸੀਂ ਇੱਕ ਕਿਸੇ ਇਸ ਤਰ੍ਹਾਂ ਜਿਹੜਾ ਜੀਵਨ ਹੈ, ਇਹ ਜਿਹੜੀ ਉਹ ਚੀਜ਼ ਹੈ, ਅਸੀਂ ਉਹ ਜਿਹੜਾ ਉਹਦਾ ਸਟੈਪ ਹੈ ਨਾ, ਨਹੀਂ ਅਸੀਂ ਉਹਨੂੰ ਬਦਲ ਸਕਦੇ। ਹਾਂ ਕੁਦਰਤ ਚਾਹਵੇ ਉਸ ਬੰਦੇ ਨੇ ਬਦਲਿਆ, ਬੰਬੇ ਤੋਂ ਤੁਰਿਆ, ਬਠਿੰਡੇ ਤੋਂ ਤੁਰਿਆ, ਸਿੱਧੀ ਜੀ ਗੱਲ ਦੱਸਾਂ, ਆਮ ਇੱਕ ਸਧਾਰਨ ਘਰ 'ਚ ਜੀਵਨ ਸੀ। ਕਿਉਂਕਿ ਮੈਂ ਤਾਂ ਇਹ ਆਖਾਂਗਾ ਗੁਰੂ ਦਾ ਸਿੱਖ ਸੀ, ਕਿਉਂਕਿ ਅੱਜ ਕੱਲ੍ਹ ਤਾਂ ਮੋਡੀਫਾਈ ਇਹ ਹੁੰਦਾ ਕਿ ਯਾਰ ਦਾੜੀ ਕੱਟਿਆ ਇਹ ਬੰਦਾ ਇਸ ਤਰ੍ਹਾਂ। ਅਸੀਂ ਆਪਣੇ ਬੰਦੇ ਦੇ ਜੀਵਨ ਨੂੰ ਨਹੀਂ ਪੜ੍ਹਦੇ, ਸਾਡੇ ਕੋਲ ਬੜੇ ਮੱਧ-ਭੇਤ ਨੇ ਹਰ ਚੀਜ਼ ਬਾਰੇ, ਕਿਉਂਕਿ ਅਸੀਂ ਨਾ ਹਰ ਬੰਦੇ ਨੂੰ ਠੇਸ ਦੇਣੀ ਉਹ ਜਾਣਦੇ ਹਾਂ, ਖੱਦਰ ਦਾ ਖੇਸ ਨਹੀਂ ਦੇਣਾ ਜਾਣਦੇ ਵੀ ਇਹਨੂੰ ਕਸ਼ਮੀਰੀ ਪੰਡਤਾਂ ਵਾਂਗੂ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਰਿਆਂ ਦੇ ਜ਼ਖਮ ਕੱਜੇ ਸਨ। ਸਾਡੇ 'ਚ ਉਹ ਭਾਵਨਾ ਨਹੀਂ ਰਹੀ, ਸ਼ਰਧਾ ਨਹੀਂ ਰਹੀ। ਇਹ ਜੇ ਸ਼ਰਧਾ ਰਹੀ ਵੀ ਏ ਤੇ ਅਸੀਂ ਹੋਰ ਪ੍ਰਕਾਰ ਦੇ ਹੋ ਗਏ ਹਾਂ ਕਿ ਸਾਡੀ ਜਿਹੜੀ ਬਾਸ਼ਨਾ ਹੈ ਨਾ, ਸਾਡਾ ਜਿਹੜਾ ਵਿਸ਼ਾ ਉਹ ਤੰਗ ਕਰਨ ਦਿਆ, ਉਹ ਪਤਾ ਹੀ ਨਹੀਂ ਲੱਗਣ ਦਿਆ ਵੀ ਅਸੀਂ ਕਹਿੰਦੇ ਕੁਛ ਹਾਂ, ਕਮਾਉਂਦੇ ਕੁਛ ਹਾਂ। ਸਾਡਾ ਆਪਣੇ ਆਪ ਤੇ ਯਾਰ ਭਰੋਸਾ ਨਹੀਂ ਰਿਹਾ, ਤੇ ਕਿਸੇ ਤੇ ਅਸੀਂ ਕੀ ਕਹਿਣਾ। ਜਿਹੜਾ ਉਹ ਬਾਈ ਸੀ ਆਪਣੀ ਮੰਜ਼ਿਲ ਨੂੰ ਅਲਵਿਦਾ ਕਹਿ ਕੇ ਗਿਆ ਹੈ ਨਾ। ਤੁਸੀਂ ਗੱਲ ਐਕਸੀਡੈਂਟ ਦੀ ਵੀ ਕੀਤੀ, ਸਰਕਾਰਾਂ ਪੱਤੀ ਵੀ ਕੀਤੀ ਹੈ ਨਾ, ਜਾਂ ਹੋਰ ਪੱਤੀ। ਵੇਖੋ ਜਦੋਂ ਤੁਸੀਂ ਵਾਇਰਲ ਹੋਵੋਗੇ ਨਾ, ਜਾਂ ਕਿਸੇ ਪਾਸੇ ਵੀ ਹੋਵੋਗੇ, ਬਾਜ ਵੇਖਿਆ ਨਾ, ਇੱਕ ਸੁਣੀ ਹੋਣੀ ਵੀਡੀਓ ਤੁਸੀਂ, ਦੀਪ ਕਹਿੰਦਾ ਮੈਨੂੰ ਯਾਰ ਬਾਜ ਦਿਸਦਾ, ਉਹ ਵੀ ਬਾਜ ਆਇਆ ਹੁਣ ਉੱਥੇ ਵੇਖ ਉੱਤੇ ਹੈ ਨਾ, ਐਟੋਮੈਟਿਕ ਹੀ। ਇਹ ਨਸਲਾਂ ਨੇ, ਇੱਕ ਚੂਹੇ ਖਾਣ ਵਾਲਾ ਹੁੰਦਾ,
ਪਰ ਬਾਜ ਦਾ ਕੰਮ ਕੀ ਏ, ਬਾਜ ਕਦੀ ਨਾ ਦੂਜੇ ਦਾ ਤੇ ਮਾਸ ਨਹੀਂ ਖਾਵੇਗਾ। ਉਹ ਆਦੀ ਬਣ ਗਿਆ ਆਪਣੇ ਸ਼ਿਕਾਰੀ ਦਾ। ਹੁਣ ਕਈ ਵੇਖਿਆ ਨਾ ਪਿੰਜਰੇ 'ਚ ਬਾਜ ਕੱਦੇ ਨੇ, ਉਹਨਾਂ ਦੇ ਖੰਭ ਕੱਟ ਲੈਂਦੇ ਨੇ, ਪਰ ਉਹ ਬਾਅਦ 'ਚੋਂ ਉਹਦੀ ਦਿੱਖ ਰਹਿ ਗਈ ਏ। ਹੈਂ ਬਈ, ਕਿੱਥੇ ਹੋ ਤੁਸੀਂ ਇਸ ਟਾਈਮ? ਮੇਰੇ ਕੋਲ ਤੇ ਨਹੀਂ ਲੱਗਦੇ ਤੁਸੀਂ। ਆਪਣਾ ਉਹਦੀ ਜਿਹੜੀ ਦਿੱਖ ਰਹਿ ਗਈ ਏ, ਉਹਦੇ ਜਿਹੜੇ ਉਹ ਸੁਭਾਅ ਸਨ ਨਾ, ਜਜ਼ਬਾਤ ਸਨ, ਉਹਨਾਂ ਨੂੰ ਕਤਲ ਕਰ ਦਿੱਤਾ। ਉਹ ਬਾਜ ਨਹੀਂ ਰਿਹਾ। ਇਸ ਕਰਕੇ ਜਿਹੜਾ ਇਨਸਾਨ ਹੈ ਜਾਂ ਕੁਦਰਤ ਨੇ ਕੋਈ ਕਿਸੇ ਨੂੰ ਟੈਲੈਂਟ ਦਿੱਤਾ ਹੁੰਦਾ, ਜਾਂ ਇਹ ਚੀਜ਼ਾਂ ਨੂੰ ਪਲਟਾ ਮਾਰਨਾ ਨਾ, ਗੁਰੂ ਚੁੱਕਦਾ ਹੀ ਉਹਨਾਂ ਨੂੰ ਰਿਹਾ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ। ਦੀਪ ਸਿੱਧੂ ਭਾਵੇਂ ਮਸ਼ਹੂਰ ਹੋਵੇਗਾ ਫਿਲਮ ਲਾਈਨ 'ਚ, ਜੋਰਾ ਫਿਲਮ ਵੀ ਹੈ ਨਾ ਉਹਨੇ ਕੀਤਾ, ਮਨਿੰਦਰ ਗਿੱਲ ਨੇ, ਹੈ ਨਾ, ਤੇ ਉਸ ਬੰਦੇ ਨੇ ਕਹਿੰਦੇ ਵੀ ਉਹ ਇੰਟਰਵਿਊ ਮੈਂ ਸੁਣਦਿਆਂ ਸਾਂ, ਅਮਰਦੀਪ ਗਿੱਲ ਉਹਨਾਂ ਦਾ ਨਾਮ ਹੈ, ਸੌਰੀ ਮੈਂ ਚਲੋ ਨਹੀਂ, ਅਮਰਦੀਪ ਗਿੱਲ, ਹਾਂ ਬਾਈ, ਚਲ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਕੀ ਬੋਲਣਾ। ਤੇ ਉਹ ਕੁਦਰਤ ਨੇ ਕੀ ਖੇਡ ਵਰਤਾਈ, ਉਹ ਕਹਿੰਦਾ ਵੀ ਜੋਰਾ ਚੱਲੀ ਨਹੀਂ ਉਹਨਾਂ ਦੀ ਪਹਿਲਾਂ, ਹੈ ਨਾ, ਕਈ ਪਾਰਟ ਕੀਤੇ। ਬੰਦੇ ਦਾ ਮਨ ਹੁੰਦਾ ਹੀ ਹੈ ਯਾਰ ਮੈਂ ਇੰਨੀ ਮਿਹਨਤ ਕਰਨਾ, ਮੇਰੇ ਵਿਹੜੇ 'ਚ ਕੋਈ ਖੁਸ਼ਹਾਲੀ ਜੀ ਨਹੀਂ ਆਈ, ਕਿਉਂਕਿ ਪ੍ਰੋਡਿਊਸਰ ਨੇ ਪੈਸਾ ਲਾਉਣਾ, ਟੀਮ 'ਚ ਉੱਥੇ ਖਰਚਾ ਆਉਣਾ, ਹਰ ਚੀਜ਼ ਦਾ ਤੁਹਾਨੂੰ ਪਤਾ, ਹੈ ਨਾ, ਜਦੋਂ ਜਿਹੜਾ ਇਸ ਲਾਈਨ 'ਚ ਪਿਆ ਉਹਨੂੰ ਪਤਾ ਹੁੰਦਾ। ਹੁਣ ਉਹ ਚੱਲੀ ਨਹੀਂ ਤੇ ਉਹ ਬੰਦਾ ਕਹਿੰਦਾ ਬਾਈ ਯਾਰ ਆਪਣਾ ਬਣੇ ਨਹੀਂ। ਪਰ ਹਾਂ, ਇੱਕ ਵਾਰੀ ਉਹ ਕਹਿੰਦਾ, ਸੁਣਦਿਆਂ ਹਾਂ, ਕਹਿੰਦਾ ਵੀ ਹਿੰਮਤ ਨਹੀਂ ਹਾਰਨੀ, ਤੁਸੀਂ ਦੁਬਾਰਾ ਭਾਗ ਕਰੋ। ਇੱਕ ਬੰਬੇ ਦੇ ਵਿੱਚ ਉਹਨੂੰ ਇੱਕ ਸ਼ੋਅ ਮਿਲਦਾ ਸੀ ਜਦੋਂ ਪਹਿਲਾਂ ਤੁਸੀਂ ਸੁਣਿਆ ਹੋਣਾ। ਉਹ ਕਹਿੰਦਾ ਵੀ ਰੋਲ ਕਾਹਦਾ, ਉਹ ਜਦੋਂ ਪਹਿਲੀ ਕਹਿੰਦਾ ਰੋਲ ਤੈਨੂੰ ਚੂਹੇ ਦਾ ਕਰਨਾ ਪੈਣਾ, ਵੀ ਚਪੇੜਾਂ ਖਾਣੀਆਂ ਨੇ। ਉਹ ਕਹਿੰਦਾ ਨਹੀਂ, ਕਹਿੰਦਾ ਪੈਸੇ ਵੱਧ ਮਿਲਣਗੇ, ਕਹਿੰਦਾ ਨਹੀਂ ਐਸੇ ਰੋਲ ਤੋਂ ਨਹੀਂ, ਮੈਂ ਤਾਂ ਚਪੇੜਾਂ ਮਾਰਨੀਆਂ ਜਾਣਦਾ। ਕਹਿਣ ਦਾ ਭਾਵ ਵੀ ਇਹ ਕੀ ਜ਼ਮੀਰ, ਇਹ ਜਜ਼ਬਾ, ਅਜਬਾਤ, ਕਲੈਕਟਰ ਹਰ ਚੀਜ਼ ਦਾ, ਹੈ ਨਾ। ਮਤਲਬ ਜਦੋਂ ਇਹ ਚੀਜ਼ਾਂ ਤੋਂ ਅਸੀਂ ਭਾਵੁਕ ਹੁੰਦੇ ਹਾਂ, ਉਹ ਚੀਜ਼ਾਂ ਹੀ ਸਾਡੇ ਅੰਦਰ, ਮਤਲਬ ਲਾ ਲਓ, ਜਾਂ ਹੱਲਾ ਸ਼ੇਰੀ, ਜਾਂ ਸਾਡੇ ਗੁਰੂਆਂ ਦਾ ਵਰਦਾਨ, ਜਾਂ ਪਿੱਛੋਂ ਕੋਈ ਮਾਂ ਨੇ ਇੰਨੀ ਤਪੱਸਿਆ ਕੀਤੀ ਹੈ, ਉਹਦੇ ਜਿਹੜੇ ਸੰਸਕਾਰ ਨੇ ਉਹ ਜਾਗਦੇ ਨੇ। ਬੱਚਿਆਂ ਰਾਹੀਂ ਲਾ ਲਓ, ਜਾਂ ਕਿਸੇ ਰਿਸ਼ਤੇਦਾਰਾਂ ਰਾਹੀਂ ਲਾ ਲਓ, ਹਰ ਚੀਜ਼ ਦਾ ਕਿਸੇ ਦੇ ਕਿਸੇ ਪਿੱਛੇ ਕੋਈ ਨਾਤਾ ਜੁੜਿਆ। ਸਾਡੇ ਅੱਜ ਦੀ ਦੁਨੀਆ ਦੇ ਜ਼ਮੀਰ ਨੂੰ ਕਿਵੇਂ ਦੇਖਦੇ ਹੋ? ਕਿੱਥੇ ਰਹਿ ਗਏ ਸਾਡੇ, ਕਿੰਨਾ ਕੁ ਸਟੈਂਡ ਕਰਦੇ ਨੇ ਸਾਡੇ ਜ਼ਮੀਰ? ਨਹੀਂ ਹੈ ਵੀ ਸਭ ਕੁਛ, ਵਕਤ ਨਹੀਂ ਦੱਸਦਾ। ਮੈਂ ਤੁਹਾਨੂੰ ਦੱਸਿਆ ਨਾ, ਦੀਪ ਕਿਤੋਂ ਤਰਾਸਿਆ ਸੀ, ਆਮ ਨਾਗਰਿਕ ਬੰਦਾ ਸੀ ਯਾਰ, ਹੈ ਨਾ। ਸੁੱਖਾ ਸਿੰਘ ਦੇ ਮੁਤਾਬਕ ਇਤਿਹਾਸ ਪੜ੍ਹੋ ਨਾ ਤੁਸੀਂ, ਇਤਿਹਾਸ ਵੱਲ ਵਾਕਫ ਹੋਵੋ। ਇਹ ਬੰਦੇ ਕੌਣ ਸਨ? ਆਮ ਜੇ ਸਨ। ਭਾਈ ਬਚਿੱਤਰ ਸਿੰਘ ਸੀ, ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਗਿਆ। ਭਾਈ ਨੰਦ ਲਾਲ ਗਜਨੀ ਦੇ ਰਹਿਣ ਵਾਲੇ, ਗੋਆ ਦੇ ਰਹਿਣ ਵਾਲੇ ਸਨ। ਪਹਿਲੀ ਵਾਰੀ ਪਾਤਸ਼ਾਹ ਕੋਲ ਗਏ, ਮਰੀਦ ਹੀ ਹੋ ਗਏ। ਇਹ ਯਾਰ ਇਸ ਘਰ ਦਾ ਨਾ, ਇਹ ਪੰਜਾਬ, ਇਹ ਧਰਤੀ ਨਾ, ਫਿਰ ਉਹ ਇੱਕ ਮੈਟਰ ਸੀ ਮੇਰਾ, ਇਹ ਪੰਜਾਬ ਦੀ ਧਰਤੀ ਏ, ਕਈ ਵਾਰੀ ਜੰਮੀ ਤੇ ਕਈ ਵਾਰੀ ਗਰਕੀ ਏ। ਮਾਲਕ ਵੀ ਮੇਰਾ ਬੜਾ ਸ਼ਰਤੀ ਏ, ਲਾਡਿਆ ਤੂੰ ਤੁਰਿਆ ਜਾ, ਇੱਥੇ ਇੱਕ ਪਲੇਟਫਾਰਮ ਹੀ ਕਾਫੀ ਏ। ਗੁਰੂ ਬੜਾ ਦਿਆਲੂ ਏ, ਤੂੰ ਉਹਦੇ ਦਰ ਤੇ ਡਿੱਗ, ਸਭ ਕੁਝ ਮਾਫੀ ਏ। ਕਿਉਂ? ਇਹ ਚੀਜ਼ਾਂ ਨੂੰ ਸਾਨੂੰ ਆਪਣੇ ਆਪ ਐਂਟਰ ਕਰਨਾ ਪੈਣਾ। ਜਦੋਂ ਅਸੀਂ ਉਹਨੂੰ ਮੰਨਾਂਗੇ ਨਾ, ਫਿਰ ਉਹ ਸੱਚੀ ਜੀ ਗੱਲ ਹੈ। 52 ਜਿਹੜੇ ਰਾਜੇ ਨੇ ਨਾ, ਕੈਦੀ ਤੇ ਗਣਕਾ ਵਰਗੇ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ, ਜਿਵੇਂ ਹੁਣ ਦੀਪ ਤੇ ਵੀ ਇਲਜ਼ਾਮ ਲੱਗਦੇ ਰਹੇ, ਹੈ ਨਾ, ਉਹ ਫਿਰ ਸਾਰਿਆਂ ਨੂੰ ਮਾਫ ਕਰ ਦਿੰਦਾ। ਉਹਦਾ ਹੱਥ ਇਸ ਤਰ੍ਹਾਂ, ਉਹਦੇ ਥੱਲੇ ਭਾਵੇਂ ਇੱਕ ਕਲੈਕਟਰਲੈਸ ਬੰਦਾ ਆਵੇ, ਜ਼ੀਰੋ ਆਵੇ, ਕਿਹੋ ਜਿਹਾ ਆਵੇ, ਵਿਰੋਧੀ ਆਵੇ, ਉਹਦਾ ਜਿਹੜਾ ਸੁਭਾਗ ਹੈ ਨਾ, ਉਹਦਾ ਜਿਹੜੀ ਭਾਵਨਾ, ਉਹਦੀ ਜਿਹੜੀ ਅੰਦਰ ਦੀ ਸਥਿਤੀ ਬਣ ਗਈ ਹੈ, ਨਾ ਕੋਈ ਵੈਰੀ ਨਾ ਕੋਈ ਬਗਾਨਾ। ਇਸ ਕਰਕੇ ਗੱਲ ਕਰੀਏ ਤਾਂ ਵੈਸੇ ਸਾਨੂੰ ਦਸਮ ਪਾਤਸ਼ਾਹ ਨੇ ਸ਼ਬਦ ਗੁਰੂ ਦੇ ਲੜ ਲਾ ਦਿੱਤਾ, ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਪਰ ਅੱਜ ਦਾ ਜਿਹੜਾ ਸਮਾਂ ਆ ਗਿਆ ਨਾ, ਦੁਨੀਆ ਆ ਗਈ, ਅੱਜ ਹਰ ਥਾਂ ਤੇ ਵੱਖਰੇ ਵੱਖਰੇ ਸਾਧੂ ਮਹਾਤਮਾ ਬਣੇ ਹੋਏ ਨੇ, ਤਾਂ ਬਹੁਤ ਸਾਰੇ ਲੋਕ ਵਿਸ਼ਵਾਸ ਵੀ ਕਰਦੇ। ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਪਿੱਛੇ ਤੁਰੇ ਜਾਂਦੇ ਨੇ ਪਰ ਹੱਲ ਕੋਈ ਨਿਕਲਦਾ ਨਹੀਂ ਆ? ਅੱਜ ਹਰ ਕੋਈ ਕਹਿੰਦਾ ਕਿ ਮੈਂ ਬਾਬਾ, ਮੈਂ ਬਾਬਾ, ਮੈਂ ਬਾਬਾ। ਨਹੀਂ, ਇਹ ਸੋਚਣੀ ਤੁਹਾਡੀ ਵੀ ਹੈ, ਮੇਰੀ ਸੋਚਣੀ ਤਾਂ ਨਹੀਂ। ਵੇਖ, ਮੈਂ ਤਾਂ ਇੱਕੋ ਗੱਲ ਕਹਾਂਗਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਹ ਬੰਦੇ ਉਹ ਸੋਚਦੇ ਨੇ ਜਿਹੜੇ ਭਾਈ ਨਾਲੇ ਤੇ ਖਾ ਲੈਂਦੇ ਨੇ ਤੇ ਬਾਅਦ ਚੋਂ ਗੱਲਾਂ ਜੋਗੇ ਰਹਿ ਜਾਂਦੇ ਨੇ। ਕਿਉਂ? ਵੇਖੋ, ਇਹੋ ਹੀ ਗੱਲ ਹੈ ਨਾ, ਤੁਸੀਂ ਪਹਿਲਾਂ ਵੀ ਬਚਨ ਹੁੰਦੇ ਆ, ਤੁਸੀਂ ਆਏ ਹੈ ਨਾ, ਮੋਸਟ ਵੈਲਕਮ, ਚੱਲ ਕੇ ਆਏ ਹੋ। ਕਹਿੰਦੇ ਵੀ ਚੱਲ ਕੇ ਤੇ ਕੋਈ ਦੁਸ਼ਮਣ ਆ ਜੇ ਮਾਂ ਜਾਇਆ, ਕਹਾਵਤਾਂ ਨੇ ਨਾ। ਇਹ ਕਹਾਵਤਾਂ ਕਿੱਥੋਂ ਬਣੀਆਂ ਨੇ? ਸਾਡੇ ਵਿਰਸੇ ਤੋਂ ਜਾਗੀਆਂ ਨੇ, ਜਿਹਦੇ ਨਾਲ ਨਾ ਕੋਈ
ਵਰਲਾਪ ਜਾਂ ਕੋਈ ਜਿਸ ਨਾਲ ਕੋਈ ਵੀ ਕੋਈ ਵਿਸ਼ਾ ਵਰਤਦਾ ਰਿਹਾ, ਉਹਨੇ ਉਹੋ ਜਿਹੀ ਦਿਸ਼ਾ ਦੇ ਦਿੱਤੀ ਉਹਨੂੰ। ਇੱਕ ਪੇਂਟਰ ਏ, ਬੜੀ ਸੋਹਣੀ ਨਕਾਸ਼ੀ ਕਰਦਾ, ਕੁਦਰਤ ਨੇ ਹਨਾ ਬੜੀ ਸੋਹਣੀ ਨਕਾਸ਼ੀ ਕਰਦਾ। ਉੱਥੇ ਬੰਬੇ ਇੱਕ ਮੇਕਅਪ ਹੁੰਦਾ, ਸਮਝਦੇ ਹੋ ਨਾ, ਹਰ ਚੀਜ਼ ਦਾ ਮੇਕਅਪ ਹੁੰਦਾ ਬੜਾ ਸੋਹਣਾ, ਤੇ ਬੰਦਾ ਉਹਦੇ ਵਿੱਚ ਲੱਗਦਾ ਯਾਰ ਬੜਾ ਇਹ ਤੇ ਯਾਰ ਮੋਹਣ ਵਾਲੀ ਚੀਜ਼ ਏ। ਤੇ ਜਦੋਂ ਸ਼ਾਮ ਨੂੰ ਉਹ ਨੁੱਚੜ ਕੇ ਸਾਰਾ ਕੁਝ ਉਹਦਾ ਬੇੜਾ ਗਰਕ ਹੋ ਜਾਂਦਾ, ਤੇ ਉਹ ਕਹਿੰਦਾ ਯਾਰ ਤੂੰ ਭਾਈ ਸਕਰੀਨ ਤੇ ਤਾਂ ਬੜਾ ਸੋਹਣਾ ਸਾ, ਵੀ ਹੁਣ ਤੇਰਾ ਹਾਲ ਕੀ ਏ। ਅਸੀਂ ਨਾ ਮੇਕਅਪ ਵਾਲੀ ਦੁਨੀਆ ਪਾਲਨੇ ਆ, ਸਮਝਦੇ ਹੋ ਨਾ। ਜਿਹੜਾ ਜੀਵਨ ਹੈ ਸਾਡਾ ਮੇਕਅਪ ਹੋ ਗਿਆ, ਜਿਹੜਾ ਸਾਰੇ ਪਾਸੇ ਖਲਾਰਾ ਜਿਹਾ ਨਾ, ਕਿਸੇ ਨੂੰ ਅਸੀਂ ਕਹਿੰਦੇ ਆ ਇਸ ਧਰਤੀ ਦੇ ਉੱਤੇ ਨਾ, ਵੇਖ ਗੁੱਡੀਆਂ ਗੱਲਾਂ ਦੋ ਨੇ, ਨਾ ਜ਼ਿਆਦਾ ਮੈਨੂੰ ਗਿਆਨ ਆਉਂਦਾ ਈ, ਨਾ ਹੀ ਮੈਨੂੰ ਕੋਈ ਪੜ੍ਹਨਾ ਆਉਂਦਾ, ਤੇ ਨਾ ਹੀ ਕਿਸੇ ਨਾਲ ਲੜਨਾ ਆਉਂਦਾ। ਬਸ ਗੁਰੂ ਨਾਨਕ ਕਿਰਪਾ ਕਰੇ ਪਾਤਸ਼ਾਹ, ਇੱਥੇ ਸਭ ਕੁਝ ਉਹੀ ਹੈ, ਸਮੇਂ ਦੀ ਮਾਰ ਹੈ। ਰੂਸ 'ਚ ਵੇਖਿਆ ਤੁਸੀਂ ਹੈ ਨਾ, ਉੱਥੇ ਬੈਕਗਰਾਊਂਡ 'ਚ ਲੜਾਈ ਲੱਗੀ ਹੈ ਨਾ, ਕਈ ਉੱਥੇ ਬੰਦੇ ਬੜਾ ਬਿਲਕੁਲ, ਇਹ ਸਾਡੀਆਂ ਆਪਣੀਆਂ ਮਸ਼ੀਨਾਂ ਨੇ। ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਾ, ਕਿਉਂਕਿ ਉਹ ਚੀਜ਼ ਨੂੰ ਸਾਨੂੰ ਗਿਆਨ ਕਹਿੰਦੇ ਜਿੰਨਾ ਹੋਵੇ ਉਨਾ ਥੋੜ੍ਹਾ ਆ। ਹਾਲਾਂਕਿ ਤੁਸੀਂ ਪੜ੍ਹੇ ਲਿਖੇ ਵੀ ਹੋ, ਬਹੁਤ ਸਾਰਾ ਤਜਰਬਾ ਵੀ ਹੰਢਾਇਆ, ਤੇ ਅੱਜ ਰੱਬ ਦੇ ਨਾਲ ਵੀ ਜੁੜੇ ਹੋਏ ਹੋ, ਪਰਮਾਤਮਾ ਦੇ ਨਾਲ ਜੁੜੇ ਹੋਏ ਹੋ। ਤਾਂ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਕੋਲ ਜਿਹੜੀਆਂ ਗੱਲਾਂ ਪਹੁੰਚਣ, ਬੜੀਆਂ ਖੂਬਸੂਰਤ ਗੱਲਾਂ ਨੇ, ਹਰ ਕੋਈ ਅਮਲ ਵੀ ਕਰਦਾ। ਪਤਾ ਨਹੀਂ ਇੱਕ ਜ਼ਿੰਦਗੀ ਦਾ ਇੱਕ ਬੋਲ ਕਿਸੇ ਦੀ ਜਿਹੜੀ ਜ਼ਿੰਦਗੀ ਬਦਲ ਦਿੰਦਾ ਹੈ। ਤਾਂ ਮੈਂ ਚਾਹਾਂਗੀ ਇੱਕ ਜਾਂਦੇ ਸਾਨੂੰ ਇੱਕ ਸੋਹਣਾ ਜਿਹਾ ਖੂਬਸੂਰਤ ਮੈਸੇਜ ਹੋਰ ਦਿੰਦੇ ਜਾਓ। ਮੈਸੇਜ ਇਹੀ ਹੈ ਵੀ ਆਪਣੇ ਆਪ ਨੂੰ ਸਤੇਜ 'ਚ ਰਹੋ, ਹੈ ਨਾ। ਰੱਬ ਨੇ ਆਪਾਂ ਨੂੰ, ਕਿਸੇ ਨੂੰ 100 ਗਜ ਦਾ ਪਲਾਟ ਦਿੱਤਾ, ਕਿਸੇ ਨੂੰ ਹਜ਼ਾਰਾਂ ਹੀ ਦਿੱਤਾ, ਕਿਸੇ ਨੂੰ ਵਰਲਡ ਦਾ ਦਾਤਾ ਵੀ ਬਣਾਇਆ। ਪਰ ਜੇ ਉਹ ਬੰਦਾ ਸੋਚੇ ਵੀ ਨਾ ਵੀ ਯਾਰ ਹੁਣ ਮੇਰੇ ਹੱਥ 'ਚ ਬੰਦੂਕ ਹੈ ਤੇ ਜਿਹਨੂੰ ਮੈਂ ਮਰਜ਼ੀ ਹਿਟਲਰ ਵਾਂਗੂ ਉਡਾ ਦਾਂ, ਉਹਦੀ ਬੇਵਕੂਫੀ ਹੈ। ਫਿਰ ਉਹੀ ਪਹਿਲਾਂ ਬਚਨ ਸੀ ਨਾ, ਰਾਜਾ ਪਰਜਾ ਬਿਨਾ, ਗ੍ਰਸਤੀ ਪਰਿਵਾਰ ਬਿਨਾ, ਗੁਰੂ ਤੇ ਸੰਤ ਸਾਧੂ ਮਹਾਤਮਾ ਹੈ ਖੁਦ ਕਰਤੇ ਦੇ ਮਾਲਕ ਨੇ। ਪਰ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬਚਨ ਕੀਤਾ ਨਾ, ਪਹਿਲਾਂ ਹੀ ਸੰਗਤ ਨਾ, ਸੌਰੀ, ਪਹਿਲਾਂ ਪੰਗਤ ਪਾਛੇ ਸੰਗਤ, ਹੈ ਨਾ, ਬਈ ਪਹਿਲਾਂ ਬਹਿਣਾ ਸਿੱਖ, ਫਿਰ ਗੱਲ ਕਰੀ, ਫਿਰ ਇੰਟਰੋਟੈਕਸ ਕਰੀ। ਇਸ ਤਰ੍ਹਾਂ ਵੀ ਅਸੀਂ ਜਿੰਨੇ ਵੀ ਆ ਆਪਣੇ ਵਿਰਸੇ ਇਤਿਹਾਸ ਨੂੰ ਸਾਂਭੀਏ। ਆਪਣੀ ਨਵੀਂ ਰਜੇਸ਼ਨ ਹੈ ਜਿਹੜਾ ਕੋਈ ਆ, ਜਿਹੜੇ ਬਾਹਰ ਵਾਲਿਆਂ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਵੀ ਥੋੜ੍ਹਾ ਬਹੁਤਾ ਯਾਰ ਇਹ ਨਾ ਹੋਵੇ ਅਮਰੀਕਾ, ਇੰਗਲੈਂਡ, ਕੈਨੇਡਾ ਸਾਰਾ ਕੁਝ ਆਉਣਾ। ਵੇਖੋ ਗੱਲ ਵਾਰਸ ਜਿਹੜਾ, ਨਾਲੇ ਵੇਖੋ ਜਿਹੜਾ ਪਿਓ ਦਾ ਕੋਈ ਪੁੱਤਰ ਹੈ ਨਾ, ਮਿਲਣਾ ਤੇ ਉਹਨੂੰ ਹੀ, ਇੱਕ ਨਿਸ਼ਾਨ ਦੀ, ਇੱਕ ਧਿਆਨ ਦੀ, ਤੇ ਕਲਗੀਧਰ ਕਹਿੰਦੇ ਇੱਕ ਕਿਰਪਾਨ ਦੀ, ਤੇ ਇੱਕ ਜ਼ਬਾਨ ਦੀ। ਤੇ ਤੂਫਾਨ ਜਦੋਂ ਚੱਲਦਾ ਫਿਰ ਪੁੱਛਦਾ ਨਹੀਂ, ਤੇ ਇਸ ਕਰਕੇ ਉਹਨੇ ਮਾਰਨਾ ਪਲਟਾ ਹੀ ਏ, ਕੀ ਪਤਾ ਕਿੱਥੇ ਮਾਰਦੇ, ਕਿੱਥੋਂ ਸ਼ੁਰੂ ਹੋਵੇ। ਇਸ ਕਰਕੇ ਨਤਮਸਤਕ ਹੁੰਦੇ ਰਹੀਏ ਜਿਵੇਂ ਜਿਵੇਂ ਦੇ ਹੈਗੇ ਆ ਨਾ, ਸਿੱਧਾ ਜਿਹਾ ਬਚਣ। ਵੇਖ ਮੈਡਮ, ਜ਼ਿਆਦੀਆਂ ਗੱਲਾਂ ਨਹੀਂ ਆਉਂਦੀਆਂ, ਨਾ ਪੜ੍ਹਿਆ ਨਾ ਕੁਛ। ਜੇ ਅਸੀਂ ਕੰਜਰ ਆ ਨਾ ਤੇ ਕੰਜਰ ਹੀ ਬਣ ਜਾਈਏ। ਜੇ ਸਾਡਾ ਜੀਵਨ ਅਸੀਂ ਆਖੀਏ ਵੀ ਅਸੀਂ ਗਿਆਨੀ ਆ, ਨਾ ਦਸੀਏ। ਜਿਹੜਾ ਬੂਟਾ ਬੀਜਿਆ ਨਾ, ਅੰਬ ਦਾ, ਅਮਰੂਦ ਦਾ, ਜਿਹੜਾ ਦਰਖਤ ਲਾਇਆ ਲੀਚੀ ਦਾ, ਕੋਈ ਵੀ ਲਾ ਦਿਓ, ਵਕਤ ਤੇ ਸਮਾਂ ਦੱਸੇਗਾ। ਵਕਤ ਤੇ ਸਮਾਂ ਦੱਸੇਗਾ ਵੀ ਅਸੀਂ ਕੀ ਆ। ਇਸ ਕਰਕੇ ਬੀਜ ਬੀਜਦੇ ਰਹੋ, ਤੇ ਕੁਛ ਤੇ ਕੁਛ ਛੱਟਾ ਖਿਲਾਰਦੇ ਰਹੋ। ਪੱਕੀ ਗਰੰਟੀ ਨਹੀਂ ਵੀ ਆਪਾਂ ਹੀ ਛਕਣਾ, ਕੀ ਪਤਾ ਕਿਹੜੇ ਉਹ ਡੋਰ ਪਤੰਗ ਚਾੜ ਤੇ ਲਈਏ। ਪੱਕੀ ਇਹ ਵੀ ਗਰੰਟੀ ਨਹੀਂ ਵੀ ਆਪਾਂ ਸਾਂਭਾਂਗੇ, ਕੀ ਪਤਾ ਉਹ ਚੜੀ ਪਤੰਗ ਨੂੰ ਕਈ ਵਾਰੀ ਨਿਆਣੇ ਰੋਕ ਵੀ ਲੈਂਦੇ ਨੇ ਛੇਤੀ, ਤੇ ਕਈ ਵਾਰੀ ਉਹ ਝਾਂਡੀਆਂ 'ਚ ਝਾੜੀਆਂ 'ਚ ਫਸ ਜਾਂਦੀ ਹੈ। ਇਸ ਕਰਕੇ ਸਮਾਜ ਜਿਹੜਾ ਸਾਰਿਆਂ ਵਾਸਤੇ, ਜੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਹੋ, ਮਹਾਰਾਜ ਜੀ ਕਹਿੰਦੇ ਨੇ ਨਾਨਕ ਦੁਖੀਆ ਸੰਸਾਰ ਸੋ ਸੁਖੀਆ ਜੋ ਨਾਮ ਉਧਾਰ। ਇਸ ਕਰਕੇ ਅਸੀਂ ਗੁਰੂ ਨੂੰ ਮੰਨਦੇ ਤਾਂ ਹੈ ਵਾਂ, ਪਰ ਇੱਕ ਨਾ ਉਹ ਚਾਈਨਾ ਦੇ ਮਾਲ ਵਾਂਗੂ। ਜਿੱਦਣ ਅਸੀਂ ਆਪ ਸਾਰੇ ਬਾਣੀ ਦੇ ਗੁਰੂ ਦੇ ਧਾਰਨੀ ਹੋ ਗਏ, ਅੰਦਰ ਸਾਡੇ ਪੂਰਾ ਵਿਸ਼ਵਾਸ ਹੋ ਗਿਆ ਵੀ ਕਿਸੇ ਨੂੰ ਯਾਰ ਧੋਖਾ ਨਹੀਂ ਦੇਣਾ, ਕਿਸੇ ਨੂੰ ਫਰੋਬਟ ਨਹੀਂ ਪਾਉਣਾ, ਉੱਤੇ ਲਾਈ ਲੱਗ ਨਹੀਂ ਬਣਨਾ। ਫਿਰ ਉਦਣ ਫਿਰ ਉਹੀ ਗੱਲ ਹੋਣੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਕਰਕੇ ਨਾਮ ਹੀ ਸਭ ਕੁਛ ਹੈ। ਨਾਮ ਨਾਲ ਜੁੜੀਏ, ਵੱਧ ਤੋਂ ਵੱਧ ਜਿੱਥੇ ਕੋਈ ਲੋੜ ਹੈ ਨਾ, ਉੱਥੇ ਮਦਦ ਕਰੀਏ। ਆ ਵੇਖੀਏ ਸਾਡੇ ਸਮਾਜ ਨੂੰ, ਨਿਰਾਏ ਨਹੀਂ ਵੀ 5-4 ਨਿਆਣੇ ਜੰਮ ਲਏ ਜਾਂ ਹੋਰ ਪਰਿਵਾਰ ਹੋ ਗਿਆ, ਇਹੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਤੇ ਬੜੀ ਤਗੜੀ ਹੈ। ਜੇ ਸੋਚਿਆ ਜਾਵੇ ਨਾ, ਜ਼ਿੰਮੇਵਾਰੀ ਦਾ ਤਾਂ ਕੋਈ ਅੰਤ ਹੀ ਨਹੀਂ। ਜ਼ਿੰਮੇਵਾਰੀ ਹਰ ਕਿਤੇ ਹੀ ਹੈ, ਕੋਈ ਬੰਦਾ ਇੱਥੇ ਫਰੀ ਨਹੀਂ। ਤੁਸੀਂ ਪਹਿਲਾਂ ਬਿਆਨ ਕੀਤਾ ਸੀ ਵੀ ਤੁਸੀਂ ਫਕੀਰ ਲੱਗਦੇ ਹੋ, ਹੈ ਨਾ, ਤੁਸੀਂ ਸੰਤ ਲੱਗਦੇ ਹੋ, ਫਲਾਣ ਲੱਗਦੇ ਹੋ। ਤੁਸੀਂ ਵੇਖਿਆ, ਮੈਨੂੰ ਪਤਾ ਨਾ ਮੇਰੀ ਕੁਆਲਿਟੀ ਕੀ ਹੈ,
ਮੈਂ ਆਪਣੇ ਆਪ ਨਾਲ ਵਿਚਰਨਾ, ਮੈਨੂੰ ਪਤਾ ਵੀ ਮੈਂ ਲਾਡਾ ਵੀ ਨਹੀਂ, ਹਨਾ। ਇਸ ਕਰਕੇ ਜਿਹੜਾ ਕੋਈ ਚੀਜ਼ ਹੁੰਦੀ ਹੈ ਨਾ, ਉਹਨੂੰ ਦੱਸਣ ਦੀ ਲੋੜ ਨਹੀਂ, ਉਹਨੂੰ ਲੋਗੋ ਲਾਉਣ ਦੀ ਲੋੜ ਨਹੀਂ, ਉਹ ਆਪ ਹੀ ਆਪ ਦੱਸੇਗਾ। ਜਿਵੇਂ ਹੁਣ ਸਮਾਂ ਤੁਸੀਂ ਆਪ ਹੀ ਦੀਪ ਸਿੱਧੂ ਦਾ ਬਿਆਨ ਕੀਤਾ, ਇਹ ਤੇ ਬਹਾਰਾਂ ਚੱਲਦੀਆਂ ਰਹਿਣਗੀਆਂ, ਨਗਮੇ ਫਿਲਮਾਂ ਪਲਟੇ ਵੱਜਦੇ ਰਹਿਣਗੇ, ਨਾ ਇੱਕੋ ਦਾ ਹੀ ਰਹਿਣਾ। ਪੰਜਾਬ ਜੇ ਸੋਚਿਆ ਜਾਵੇ ਨਾ, ਨਹੀਂ ਡੁੱਬਦਾ। ਮੂਰਖਤਾ ਆਪਾਂ ਕਹਿ ਦਿੰਦੇ ਆ ਯਾਰ ਪੰਜਾਬ ਛੱਡੋ, ਵਰਲਡ ਹੀ ਨਹੀਂ ਡੁੱਬਣ ਦੇਣਾ ਉਹਨੇ। ਸਾਡੀ ਸੋਚ ਹੀ ਡੁੱਬ ਗਈ, ਸਾਡੇ ਕਿਰਦਾਰ ਡੁੱਬ ਗਏ ਨੇ। ਅਸੀਂ ਤਾਂ ਹੀ ਉਹ ਕਹਿੰਦੇ ਅਸੀਂ ਮਰੇ ਤੇ ਸਾਰੇ ਮਰ ਗਏ। ਜੇ ਸਾਡੇ ਅਸੀਂ ਜਾਗਨੇ ਆ, ਜੇ ਸਾਨੂੰ ਕਿਸੇ ਤੋਂ ਕਿਰਨਾਂ ਪੈਂਦੀਆਂ ਨੇ ਕੁਦਰਤ ਪਰਮਾਤਮਾ ਤੋਂ, ਤੇ ਸਮਝ ਲਓ ਵੀ ਅਸੀਂ ਜਾਗਦੇ ਆ। ਕੋਈ ਬੰਦਾ ਨਹੀਂ ਕਿਸੇ ਨੂੰ ਕੋਈ ਉਠਾਉਂਦਾ, ਰੱਬ ਹੀ ਹੈ ਜਿਹੜਾ ਸਭ ਨੂੰ ਜਗਾਉਂਦਾ। ਲਾਡਿਆ ਤੂੰ ਸੋਚ ਨੂੰ ਤੇ ਅਵਤਾਰ ਨੂੰ ਤੇ ਉਹਦੇ ਗਿਆਨ ਨੂੰ ਰੱਖ, ਉਹ ਤੇ ਮੱਕਾ ਵੀ ਕਮਾਉਂਦਾ ਕਿ ਨਹੀਂ। ਉਹ ਤੇ ਮੱਕਿਆਂ ਨੂੰ ਫੇਰ ਦਿੰਦਾ, ਬੰਦੇ ਦੇ ਮਨ ਦੀ ਤਾਂ ਬੜੀ ਦੂਰ ਦੀ ਗੱਲ ਹੈ। ਇਸ ਕਰਕੇ ਉਹ ਸਿੰਘ ਦਾ ਉਹਨੇ ਮਨ ਹੀ ਫੇਰਿਆ ਸੀ, ਕੀ ਪਤਾ ਕਿੱਥੋਂ ਕੀ ਸੇਵਾ ਕਰਾ ਦੇ। ਹੁਣ ਤੇਰੇ ਵਰਗੇ ਗੁੱਡੀਆਂ ਨੇ ਜਦੋਂ ਇਤਿਹਾਸ ਨੂੰ ਪੜ੍ਹੋ ਤੇ ਮਾਈ ਭਾਗੋ ਦਾ ਦਰਜਾ ਲੈਂਦੀਆਂ। ਅੱਜ ਮੈਂ ਤੇਰੇ ਤੇ ਸਵਾਲ ਕਰਾਂ, ਨਹੀਂ ਯਾਰ ਤੇਰਾ ਮੋਡੀਫਾਈ, ਤੇਰਾ ਮਤਲਬ ਰਹਿਣੀ ਬਹਿਣੀ ਕਿਵੇਂ, ਨਹੀਂ, ਇਹ ਮੇਰੀ ਸੋਚ ਹੈ। ਮੈਂ ਜਿਸ ਨਜ਼ਰੀਏ ਨਾਲ, ਜੇ ਉਸ ਨਜ਼ਰੀਏ ਨੂੰ ਵੇਖਾਂਗਾ ਨਾ ਵੀ ਇਹਦੀ ਨਜ਼ਰੀਆ ਆਹ ਚੀਜ਼ ਹੈ, ਵੀ ਇਹ ਭੈਣਾਂ ਦੀ ਥਾਂ ਤੇ ਭੈਣ ਹੈ, ਧੀਆਂ ਦੀ ਥਾਂ ਤੇ ਧੀ ਹੈ, ਨੂੰਹਾਂ ਦੀ ਥਾਂ ਤੇ ਨੂੰਹ ਹੈ, ਤੇ ਕਿਸੇ ਮਾਵਾਂ ਦੀ ਥਾਂ ਤੇ ਮਾਂ ਵੀ ਹੈ, ਫਿਰ ਉਹ ਥਾਂ ਕਦੀ ਹਲਚਲ ਨਹੀਂ ਕਰਦੀ। ਰੌਲਾ ਹੀ ਸਾਰਾ ਸਾਡਾ ਗੁਰੂ ਕਿਰਪਾ ਕਰੇ ਵਿਚਾਰਾਂ ਦਾ ਤੇ ਸੋਚਾਂ ਦਾ ਪਿਆ। ਜਿੱਦਣ ਸਾਡੀਆਂ ਅਸੀਂ ਅਰਪਣ ਹੋ ਗਏ ਨਾ ਉਹਨੂੰ ਸਾਰਿਆਂ ਨੂੰ, ਫਿਰ ਤੇ ਸਿੱਧੀ ਜੀ ਗੱਲ ਏ। ਮਹਾਰਾਜ ਕਹਿੰਦੇ ਨੇ ਗੁਰੂ ਸਾਹਿਬ ਸਜਦੇ ਮਲਾਹ ਨੂੰ, ਕਹਿੰਦੇ ਸਜਦਿਆ ਦਰਿਆ ਕਿੱਡਾ ਕੁ ਵੱਡਾ, ਕਹਿੰਦੇ ਮਹਾਰਾਜ ਦਰਿਆ ਤੇ ਬੜਾ ਛੋਟਾ। ਕਹਿੰਦੇ ਨਹੀਂ ਯਾਰ ਦਰਿਆ ਬੜਾ ਵੱਡਾ, ਤੇ ਉਹ ਸਜਦਾ ਇਸ ਕਿਨਾਰੇ ਲਾਵੇ ਉਸ ਕਿਨਾਰੇ ਲਾਵੇ। ਮਹਾਰਾਜ ਕਹਿੰਦੇ ਸਜਦਿਆ ਦਰਿਆ ਕਿੱਡਾ ਕੁ ਵੱਡਾ, ਕਹਿੰਦੇ ਮਹਾਰਾਜ ਦਰਿਆ ਛੋਟਾ। ਫਿਰ ਗੁਰੂ ਸਾਹਿਬ ਨੇ ਤੀਜਾ ਬਚਨ ਕੀਤਾ, ਕਹਿੰਦੇ ਸਜਦਿਆ ਦਰਿਆ ਕਿੰਨਾ ਵੱਡਾ। ਕਹਿੰਦੇ ਮਹਾਰਾਜ ਤੁਸੀਂ ਆਪਣੇ ਆਪ ਦੇ ਸਵਾਲ ਦਾ ਆਪ ਹੀ ਜਵਾਬ ਜਾਣਦੇ ਹੋ, ਮੈਂ ਹਾਂ ਨਿਰਗੁਣ ਬੇਮਤ, ਮੈਨੂੰ ਨਹੀਂ ਸਮਝ ਵੀ ਤੁਹਾਡੀ ਸੋਚ ਕਿੱਥੇ ਪਕੜ ਕਰਨ ਦੀ ਏ ਤੇ ਮੇਰੀ ਕਿੱਥੇ ਕਰਨ ਦੀ ਏ। ਇਸ ਕਰਕੇ ਗੁੜੀਆ ਜੇ ਤੇ ਗੁਰੂ ਵੱਲ ਵੇਖੀਏ ਫਿਰ ਤੇ ਸਾਰੇ ਜਿਉਂਦੇ ਆ, ਮਰੇ ਨਹੀਂ। ਤੇ ਜੇ ਆਪਣੇ ਆਪ ਤੇ ਸੰਸਾਰ ਦੀ ਪਬਲਿਕਸਿਟੀ ਵੇਖਦੇ ਆ, ਫਿਰ ਅੱਜ ਵੀ ਗਏ ਤੇ ਕੱਲ ਵੀ ਗਏ, ਤੇ ਇੱਥੇ ਕੌਣ ਰਵੇ। ਇਸ ਕਰਕੇ ਸਿਰ ਦਿੱਤਿਆਂ ਹੀ, ਉਹ ਕੁਰਬਾਨੀਆਂ ਦਿੱਤੀਆਂ ਹੀ, ਇਹ ਤਾਜ ਤੇ ਮੁਲਕ ਸਹਾਵੰਦਾ ਏ। ਸ਼ਹੀਦ ਨਾ ਹੁੰਦੇ ਤੇ ਇਹਨੂੰ ਕਿਹੜਾ ਸਜਾਵੰਦਾ ਏ। ਇਸ ਕਰਕੇ ਸ਼ਹੀਦਾਂ ਦੇ ਗੁਣ ਗਾਓ, ਸ਼ਹੀਦਾਂ ਦੀ ਤਾਕਤ ਏ ਤੇ ਉਹਨਾਂ ਦਾ ਸਰਮਾਇਆ ਏ। ਉਸ ਚੀਜ਼ ਨੂੰ ਆਪਾਂ ਆਪਣੇ ਵਿਰਸੇ ਨੂੰ ਤੇ ਆਪਣੇ ਇਤਿਹਾਸ ਨੂੰ ਸਾਂਭੀਏ। ਕਿਸੇ ਕੋਲ ਭੱਜਣ ਦੀ ਲੋੜ ਹੀ ਨਹੀਂ, ਸਗੋਂ ਨਾਸਾ ਵਾਲੇ ਤੇ ਤੁਹਾਡੇ ਕੋਲ ਚੱਲ ਕੇ ਆਉਣਗੇ। ਇਸ ਕਰਕੇ ਗੁਰੂ ਕਿਰਪਾ ਕਰੇ। ਬਾਕੀ ਧੰਨਵਾਦ ਤੇਰਾ, ਤੇਰੀ ਟੀਮ ਦਾ ਤੇ ਗੁਰੂ ਦਾ, ਤੇ ਮੋਸਟ ਵੈਲਕਮ ਸਾਰਿਆਂ ਦਾ ਹੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਕਰੇ, ਨਾਮ ਨਾਲ ਜੁੜਿਆ ਕਰੋ, ਨਾਮ ਤੋਂ ਬਿਨਾ ਕੁਛ ਨਹੀਂ। ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਤਾਂ ਵੀ ਠੀਕ ਹੈ, ਨਹੀਂ ਸਾਂਭਿਆ ਜਾਂਦਾ ਯਾਰ ਬੇਨਤੀ ਹੈ, ਪਿਓ ਦੇ ਮੱਥੇ ਲੱਗੋ ਦੋਵੇਂ ਟਾਈਮ, ਜਦੋਂ ਵੀ ਟਾਈਮ ਮਿਲੇ ਬਸ ਪਿਓ ਦੇ ਮੱਥੇ ਲੱਗੋ। ਗੁਰੂ ਗ੍ਰੰਥ ਸਾਹਿਬ ਦੇ ਆਪ ਹੀ ਸਭ ਕੁਝ ਹੋ ਜਾਣਾ। ਉਹ ਬੜਾ ਕਰਤਾ, ਉਹ ਦਾਤਾ ਹੈ, ਸਭ ਨੂੰ ਚਲਾਉਣ ਵਾਲਾ ਵੀ ਉਹੀ ਏ ਤੇ ਸਭ ਨੂੰ ਜਿਨਾਉਣ ਵਾਲਾ ਵੀ ਉਹੀ ਏ। ਬਸ ਬੇਨਤੀ ਇਹੀ ਏ ਵੀ ਬਸ ਇੱਕ ਦੇ ਹੋ ਜਾਈਏ ਤੇ ਸਭ ਕੁਛ ਹੀ ਏ। ਬਾਕੀ ਕਰਮਾਂ ਮੁਤਾਬਕ ਵਿਛੜੇ ਆ, ਕੀ ਪਤਾ ਕਦੋਂ ਮਿਲੇ। ਵਾਹਿਗੁਰੂ ਜੀ ਬਹੁਤ ਬਹੁਤ। ਸੋ ਬਿਲਕੁਲ ਜੀ ਤੁਸੀਂ ਸੁਣ ਪਾਏ ਹੋ ਜੀ ਬਲਵਿੰਦਰ ਸਿੰਘ ਬਾਬਾ ਲਾਡਾ ਸਿੰਘ ਨੂੰ, ਜੋ ਕਿ ਗੁਰੂ ਦੇ ਸਿੰਘ ਨੇ। ਔਰ ਜਿਸ ਜਗ੍ਹਾ ਤੇ ਅਸੀਂ ਬੈਠੇ ਹੋਏ ਆ, ਬਹੁਤ ਸੋਹਣੀਆਂ ਕੁਦਰਤ ਦਾ ਬੜਾ ਨਜ਼ਾਰਾ ਇੱਥੇ, ਔਰ ਖੂਬਸੂਰਤ ਗੁਰੂ ਘਰ ਇੱਥੇ ਬਣ ਰਿਹਾ, ਤਿਆਰ ਹੋ ਰਿਹਾ। ਜੇ ਸੇਵਾ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇੱਥੇ ਆ ਵੀ ਸਕਦੇ ਹੋ, ਆਪਣਾ ਯੋਗਦਾਨ ਵੀ ਪਾ ਸਕਦੇ ਹੋ। ਔਰ ਇਹ ਗੱਲਾਂ ਜਿਹੜੀਆਂ ਨੇ ਨਾ, ਸ਼ੇਅਰ ਜ਼ਰੂਰ ਕਰਿਓ, ਹਰ ਇੱਕ ਤੱਕ ਪਹੁੰਚਾਇਓ ਕਿ ਗੱਲਾਂ ਜਿਹੜੀਆਂ ਅਸਰ ਸਭ 'ਤੇ ਕਰਨ। ਤੁਹਾਡੇ ਤੋਂ ਹੁਣ ਲਵਾਂਗੇ ਆ ਗਿਆ ਸਹਿਯੋਗੀ ਸਾਥੀ ਵਿੱਕੀ ਜਰਖੜ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।